ਪਿੰਡ ਸਾਹਿਬ ਤੇ ਸਤਿਕਾਰਯੋਗ ਮਾਤਾ ਦਮੋਦਰੀ ਜੀ ਨੂੰ ਨਾਲ ਲੈ ਕੇ ਮਾਤਾ ਗੰਗਾ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਨਮਸਕਾਰ ਕੀਤੀ ਹੈ। ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਹੈ। ਉਪਰੰਤ ਜੋੜੀ ਨੂੰ ਨਾਲ ਲੈ ਕੇ ਮਾਤਾ ਜੀ ਆਪਣੇ ਮਹਿਲਾਂ ਵਿੱਚ ਗੁਰੂ ਕੇ ਮਹਿਲਾਂ 'ਚ ਪਹੁੰਚੇ ਹਨ ਔਰ ਨਾਲ ਬਹੁਤ ਸਾਰੀਆਂ ਸੁਭਾਗੀਆਂ ਇਸਤਰੀਆਂ ਨੇ ਉਹ ਮਾਤਾ ਜੀ ਨੂੰ ਵਧਾਈਆਂ ਦੇ ਰਹੀਆਂ ਨੇ। ਬੜਾ ਖੁਸ਼ੀ ਦਾ ਸਮਾਗਮ ਹੈ। ਮਾਤਾ ਜੀ ਦੇ ਹਿਰਦੇ ਵਿੱਚ ਬਹੁਤ ਜ਼ਿਆਦਾ ਭਾਰੀ ਪਰਮ ਆਨੰਦ ਹੈ। ਆਓ ਇੱਥੋਂ ਅੱਗੇ ਕਥਾ ਦੀ ਲੜੀ ਟੋਰੀਏ। ਗਰੀਬਨਵਾਜ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨ ਕਮਲਾਂ ਵਿੱਚ ਹਾਜ਼ਰੀ ਲਵਾਉਂਦੇ ਹੋਏ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੰਗਾ ਮੰਗਲ ਸੰਗ ਤਬ ਕਰਤ ਨਿਛਾਵਰ ਨੰਦ। ਮਾਤਾ ਗੰਗਾ ਜੀ ਬੜੇ ਮੰਗਲ ਮਨਾ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ। ਆਪਣੇ ਪੁੱਤ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਬਹੁਤ ਸਾਰਾ ਧਨ ਵਾਰਨੇ ਕਰਕੇ ਅਨੇਕਾਂ ਜਾਚਕਾਂ ਮੰਗਤਿਆਂ ਦੀਆਂ ਝੋਲੀਆਂ ਚ ਪਾ ਰਹੇ ਹਨ। ਅਪਰ ਸਰਬ ਨੇ ਉਠ ਕਰੀ ਖਰਚੇ ਦਰਬ ਬਿਲੰਦ। ਹੋਰ ਵੀ ਉੱਥੇ ਜਿੰਨੇ ਰਿਸ਼ਤੇਦਾਰ ਸੰਬੰਧੀ ਤੇ ਗੁਰਸਿੱਖ ਇਕੱਠੇ ਹੋਏ ਨੇ, ਬਾਬਾ ਮੋਹਣ ਜੀ ਦੇ ਪਰਿਵਾਰ ਚੋਂ, ਬਾਬਾ ਮੋਹਰੀ ਜੀ ਦੇ ਪਰਿਵਾਰ ਚੋਂ, ਬਾਬਾ ਦਾਤੂ ਜੀ ਹੋਣਾ ਦੇ ਪਰਿਵਾਰਾਂ ਚੋਂ ਜਿੰਨੀਆਂ ਇਸਤਰੀਆਂ ਸਨ, ਸਾਰੀਆਂ ਉੱਠਦੀਆਂ ਨੇ ਵਾਰੋ ਵੇਰੀ ਮਾਤਾ ਦਮੋਦਰੀ ਜੀ ਦਾ ਰੂਪ ਵੇਖਣ ਵਾਸਤੇ। ਉਹਨਾਂ ਦੀ ਝੋਲੀ ਵਿੱਚ ਧਨ ਦੀ ਥੈਲੀ ਪਾ ਕੇ ਤਿਨਾਂ ਦੇ ਦਰਸ਼ਨ ਕਰਦੇ ਹਨ। ਚੋਪਈ ਪਿਕਨ ਸਨੂਖਾ ਮੁਖ ਕੋ ਲਾਗੀ। ਮਾਤਾ ਗੰਗਾ ਜੀ ਆਪਣੀ ਨੂੰਹ ਰਾਣੀ ਮਾਤਾ ਦਮੋਦਰੀ ਜੀ ਦਾ ਰੂਪ ਵੇਖਣ ਲੱਗੇ ਹਨ। ਰਿਦਾ ਆਨੰਦ ਪਰਿਓ ਵੱਡ ਭਾਗੀ। ਵੱਡੇ ਭਾਗਾਂ ਵਾਲੇ ਹਨ ਮਾਤਾ ਗੰਗਾ ਜੀ ਜਿਨ੍ਹਾਂ ਦਾ ਹਿਰਦਾ ਆਨੰਦ ਦੇ ਨਾਲ ਭਰਿਆ ਹੋਇਆ ਹੈ। ਪਾਏ ਓਲ ਮੈਂ ਧਨ ਕੀ ਥਾਤੀ। ਸਭ ਤੋਂ ਪਹਿਲਾਂ ਆਪਣੀ ਸੁਭਾਗਸ਼ਾਲੀ ਨੂੰਹ ਰਾਣੀ ਮਾਤਾ ਦਮੋਦਰੀ ਜੀ ਦਾ ਚਿਹਰਾ ਵੇਖਣ ਵਾਸਤੇ ਮਾਤਾ ਗੰਗਾ ਜੀ ਅੱਗੇ ਆਏ ਹਨ ਔਰ ਮਾਤਾ ਗੰਗਾ ਜੀ ਨੇ ਧਨ ਦੀ ਇੱਕ ਥੈਲੀ ਜਿਹੜੀ ਹੈ ਉਹ ਦਮੋਦਰੀ ਜੀ ਦੀ ਝੋਲੀ ਵਿੱਚ ਪਾਈ ਹੈ। ਅਵਲੋਕਤ ਪਈ ਸੀਤਲ ਛਾਤੀ। ਔਰ ਚਿਹਰੇ ਤੋਂ ਜਦੋਂ ਨਿਗਾਹ ਮਾਰ ਕੇ ਧਿਆਨ ਨਾਲ ਗੌ ਨਾਲ ਡਿੱਠਾ ਵੇਖਿਆ, ਵੇਖ ਕੇ ਮਾਤਾ ਗੰਗਾ ਜੀ ਦਾ ਹਿਰਦਾ ਸ਼ੀਤਲ ਹੋ ਗਿਆ। ਪੁਨ ਉੱਠ ਉੱਠ ਕਰ ਸਗਰੀ ਦਾਰਾ। ਪਹਿਲਾਂ ਮਾਤਾ ਗੰਗਾ ਜੀ ਨੇ ਮਾਤਾ ਦਮੋਦਰੀ ਜੀ ਦੇ ਦਰਸ਼ਨ ਕੀਤੇ ਨੇ। ਉਹਨਾਂ ਤੋਂ ਬਾਅਦ ਬਾਰੋ ਬੇਰੀ ਬਾਅਦ ਵਿੱਚ ਜਿੰਨੀਆਂ ਉੱਥੇ ਇਸਤਰੀਆਂ ਸਨ ਉਹ ਮਾਤਾ ਦਮੋਦਰੀ ਜੀ ਦਾ ਸੋਹਣਾ ਰੂਪ ਵੇਖਣ ਲੱਗੀਆਂ ਹਨ। ਜਥਾ ਉਚਿਤ ਚੋਰੀ ਧਨ ਡਾਰਾ। ਜਥਾ ਉਚਿਤ ਜਿਹੜਾ ਧਨ ਹੈ ਉਹ ਮਾਤਾ ਦਮੋਦਰੀ ਜੀ ਦੀ ਜਿੰਨੀ ਕਿਸੇ ਦੀ ਜਥਾ ਸ਼ਕਤੀ ਵਿੱਤ ਹੈ ਓਨੇ ਪੈਸੇ ਮਾਤਾ ਦਮੋਦਰੀ ਜੀ ਦੀ ਝੋਲੀ ਵਿੱਚ ਵਿਧਾਨ ਬਣਿਆ ਹੋਇਆ। ਜਦੋਂ ਕਿਸੇ ਨਵੀਂ ਨੂੰਹ ਨੂੰ ਵੇਖਣ ਆਉਂਦੀਆਂ ਨੇ ਗੁਆਂਢਣਾ ਰਿਸ਼ਤੇਦਾਰਾਂ, ਉਹ ਜਿੰਨਾ ਕਿਸੇ ਦੀ ਜਥਾ ਸ਼ਕਤ ਬਿੱਤ ਬਣਦਾ ਉਹ ਧਨ ਦੇ ਕੇ ਫਿਰ ਵੇਖਦੀਆਂ ਨੇ। ਤੋ ਇਸੇ ਤਰ੍ਹਾਂ ਇਹ ਸਾਰੀਆਂ ਇਸਤਰੀਆਂ ਮਾਇਆ ਰੱਖ ਕੇ ਮਾਤਾ ਦਮੋਦਰੀ ਜੀ ਦੇ ਸੁੰਦਰ ਸਰੂਪ ਵੱਲ ਤੱਕਦੀਆਂ ਨਾਲੇ ਸਲਾਉਂਦੀਆਂ ਹਨ। ਪਿਖਤ ਬਦੂ ਕੋ ਮੁਖ ਹਰ ਖਾਈ। ਨਵੀਂ ਆਈ ਬਹੁ ਰਾਣੀ ਦਾ ਮੂੰਹ ਵੇਖ ਕੇ ਬੜੇ ਖੁਸ਼ ਹੁੰਦੇ, ਪ੍ਰਸੰਨ ਹੁੰਦੇ ਨੇ। ਕਰੇ ਸਰਾਹਨ ਸੁੰਦਰਤਾਈ। ਔਰ ਮਾਤਾ ਦਮੋਦਰੀ ਜੀ ਦੀ ਸੋਹਣੀ ਸੁੰਦਰਤਾਈ ਨੂੰ ਵਰਣਨ ਕਰਦੇ ਹਨ। ਹੇ ਅਲ ਗੰਗਾ ਕੇ ਵੱਡ ਭਾਗਾ। ਆਪਸ ਵਿੱਚ ਗੱਲਾਂ ਕਰਦੀਆਂ ਔਰ ਇਸਤਰੀਆਂ ਕਹਿੰਦੀਆਂ ਹੇ ਅਲੀ, ਅਲ ਕਹਿੰਦੇ ਨੇ ਸਖੀ ਨੂੰ,
हे ਸਖੀਓ ਗੰਗਾ ਦੇ ਕਿੰਨੇ ਵੱਡੇ ਭਾਗ ਹਨ। ਜਿਸ ਕੋ ਜਗ ਗੁਰੂ ਆਏ ਸੁਹਾਗਾ। ਮਾਤਾ ਗੰਗਾ ਦੇ ਕਿੰਨੇ ਵੱਡੇ ਭਾਗ ਨੇ ਜਿਨ੍ਹਾਂ ਦੇ ਪਤੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਹਨ, ਜਿਨ੍ਹਾਂ ਦੇ ਪਤੀ ਸਾਰੇ ਜਗਤ ਦੇ ਗੁਰਦੇਵ ਹਨ। ਬਹੁਰ ਪੁੱਤਰ ਜਨ ਚੰਦ ਅਮੰਦੂ। ਫਿਰ ਅੱਗੋਂ ਉਹਨਾਂ ਦਾ ਪੁੱਤਰ ਵੇਖੋ ਕੈਸਾ ਸੁੰਦਰ ਹੈ। ਕਹਿੰਦੇ ਹਾਲਾਂਕਿ ਚੰਦਰਮਾ ਜਿਹੜਾ ਬੜਾ ਸੁੰਦਰ ਮੰਨਿਆ ਹੈ, ਪਰ ਚੰਦਰਮਾ ਦੇ ਵਿੱਚ ਵੀ ਕਾਲੇ ਰੰਗ ਦਾ ਦਾਗ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਚੰਦਰਮਾ ਨਾਲੋਂ ਵੀ ਕਈ ਗੁਣਾ ਜ਼ਿਆਦਾ ਸੁੰਦਰ ਨੇ। ਮਾਤਾ ਗੰਗਾ ਦੇ ਲਾਲ ਹਨ। ਕੋ ਅਸਤਰੀਐ ਪਿਕ ਹੋਏ ਨਾ ਆਨੰਦ। ਕਿਹੜਾ ਹੈ ਐਸਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖੇ ਤੇ ਵੇਖ ਕੇ ਉਹਦਾ ਮਨ ਹਿਰਦਾ ਆਨੰਦ ਦੇ ਨਾਲ ਨਾ ਭਰ ਜਾਵੇ। ਤੈ ਸੁਤ ਸੰਗ ਸਨੂਖਾ ਸੋਈ। ਤੇ ਅੱਗੋਂ ਮਾਤਾ ਗੰਗਾ ਜੀ ਦੀ ਨੂੰਹ ਰਾਣੀ, ਉਹ ਵੀ ਉਹਨਾਂ ਦੇ ਪੁੱਤਰ ਵਾਂਗੂ ਅਤੀ ਸੁੰਦਰ ਤੇ ਸੁਸ਼ੀਲ ਹੈ। ਰਾਮਚੰਦ ਜਨ ਸੀਤਾ ਹੋਈ। ਕਹਿੰਦੇ ਜਿਵੇਂ ਸੀਤਾ ਤੇ ਰਾਮਚੰਦਰ ਦੀ ਜੋੜੀ ਸੀ ਨਾ, ਕਹਿੰਦੇ ਉਦਾਂ ਦੀ ਜੋੜੀ ਸਜ ਕੇ ਬੈਠੀ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਦਮੋਦਰੀ ਜੀ ਦੀ। ਏ ਜੋੜੀ ਜੀਵੋ ਚਿਰ ਕਾਲਾ। ਅਸੀਸਾਂ ਦੇਂਦੀਆਂ ਉਹ ਸਾਰੀਆਂ ਇਸਤਰੀਆਂ, ਕਹਿੰਦੀ ਚਿਰਾਂ ਤਾਈ ਇਹ ਜੋੜੀ ਜੀਵੇ, ਚਿਰਾਂ ਤਾਈ ਇਹ ਜੋੜੀ ਜੀਵੇ। ਇੱਕ ਸਮ ਸੁੰਦਰ ਰੂਪ ਬਿਸਾਲਾ। ਕਹਿੰਦੇ ਜੋੜੀ ਇੱਕ ਸਮਾਨ ਸੁੰਦਰ ਹੈ, ਦੋਨਾਂ ਦਾ ਹੀ ਰੂਪ ਬੜਾ ਸੁੰਦਰ ਅਤੀ ਸੁੰਦਰ ਹੈ। ਉਤਸਵ ਜਥਾ ਜੋਗ ਕਰ ਗੰਗਾ। ਔਰ ਜਥਾ ਯੋਗ ਮਾਤਾ ਜੀ ਨੇ ਸਾਰੇ ਉਤਸਵ ਘਰ ਦੇ ਵਿੱਚ ਮਨਾਏ ਹਨ। ਸਭ ਕੋ ਸਨਮਾਨਤ ਹਿਤ ਸੰਗਾ। ਸਾਰੀਆਂ ਇਸਤਰੀਆਂ ਦਾ ਬੜਾ ਭਾਰੀ ਸਨਮਾਨ ਮਾਤਾ ਗੰਗਾ ਜੀ ਕਰਦੇ ਹਨ। ਨਾਨਾ ਭਾਂਤਨ ਬਨਿਓ ਆਹਾਰਾ। ਨਾਨਾ ਪ੍ਰਕਾਰ ਦੇ ਆਹਾਰ, ਨਾਨਾ ਪ੍ਰਕਾਰ ਦੇ ਪਕਵਾਨ ਭੋਜਨ ਵਰਤੇ ਬਣੇ ਹਨ ਲੰਗਰ ਵਿੱਚ। ਸੂਖਮ ਚਾਵਰ ਦੋਨ ਪ੍ਰਕਾਰਾ। ਮਾਤਾ ਜੀ ਨੇ ਲੰਗਰ ਬੜਾ ਵਧੀਆ ਤਿਆਰ ਕਰਵਾਇਆ। ਉਚੇਚੇ ਤੌਰ ਤੇ ਲਾਂਗਰੀ ਸਿੱਖਾਂ ਨੂੰ ਕਹਿ ਕੇ ਕਿ ਸਾਰੀ ਬਰਾਤ ਆਉਣੀ ਹੈ, ਸਾਰੇ ਮੇਲ ਨੇ ਆਉਣਾ ਤੇ ਵਧੀਆ ਭੋਜਨ ਲੰਗਰ ਤਿਆਰ ਕਰਨਾ ਹੈ। ਲਾਂਗਰੀਆਂ ਨੇ ਬੜਾ ਵਧੀਆ ਭੋਜਨ ਤਿਆਰ ਕੀਤਾ। ਸੂਖਮ ਚਾਵਲ ਜਿਹੜੇ ਬਰੀਕ ਚਾਵਲ ਨੇ ਉਹ ਤਿਆਰ ਕੀਤੇ ਹਨ। ਮధుਰ ਸਲਵਣ ਸੋ ਮੇਵਾ ਡਾਲੇ। ਮਿੱਠੇ ਚੌਲ ਤਿਆਰ ਕੀਤੇ ਨੇ, ਸਲੂਣੇ ਚੌਲ ਤਿਆਰ ਕੀਤੇ ਨੇ। ਉਹਨਾਂ ਵਿੱਚ ਫਿਰ ਕਈ ਤਰ੍ਹਾਂ ਦੇ ਮੇਵੇ ਪਾਏ ਹੋਏ ਨੇ। ਗਰੀ ਬਦਾਮਨ ਛੀਲ ਬਿਸਾਲੇ। ਉਹਨਾਂ ਵਿੱਚ ਗਰੀਆਂ ਤੇ ਬਦਾਮ ਪਾਏ ਹੋਏ ਹਨ। ਪਿਸਤਾ ਸਵਾਦ ਸਾਵਗੀ ਪਾਏ। ਪਿਸਤਾ ਕੱਟ ਕੇ ਪਾਇਆ ਹੋਇਆ ਚੋਲਾਂ ਵਿੱਚ ਸੌਗੀ ਪਾਈ ਹੋਈ ਹੈ। ਪੂਰੀ ਕਰ ਕਚੋਰ ਸਮੁਦਾਏ। ਫਿਰ ਪੂੜੀਆਂ ਤਿਆਰ ਕੀਤੀਆਂ ਹੋਈਆਂ ਨੇ ਲੰਗਰ ਦੇ ਵਿੱਚ, ਕਚੋਰੀਆਂ ਤਿਆਰ ਕੀਤੀਆਂ ਹੋਈਆਂ ਨੇ। ਬਰੇ ਪਕੋੜੇ ਦਦ ਮੈਂ ਡਾਲੇ। ਦਹੀਂ ਤਿਆਰ ਕੀਤੀ ਜਿਹਦੇ ਵਿੱਚ ਮਾਹਾਂ ਦੇ ਪਕੌੜੇ ਬਣਾ ਕੇ ਪਾਏ, ਵੜੇ ਬਣਾ ਕੇ ਪਾਏ ਹੋਏ ਨੇ। ਦਹੀਂ ਵੜੇ ਤਿਆਰ ਕੀਤੇ ਹੋਏ ਨੇ, ਦਹੀਂ ਭੱਲੇ ਤਿਆਰ ਕੀਤੇ ਹੋਏ ਨੇ। ਧਨੀਆ ਮਿਰਚ ਅਨੇਕ ਮਸਾਲੇ। ਉਹ ਜਿਹੜੇ ਦਹੀਂ ਭੱਲੇ ਤਿਆਰ ਕੀਤੇ ਨੇ ਉਹਦੇ ਵਿੱਚ ਧਨੀਆ ਬੜਾ ਸੋਹਣਾ ਪਾਇਆ, ਮਿਰਚਾਂ ਪਾਈਆਂ ਹੋਈਆਂ ਨੇ, ਕਾਲੀ ਮਿਰਚ ਪਾਈ, ਜੀਰਾ ਪਾਇਆ ਹੋਇਆ। ਵੇਖ ਵੇਖ ਕੇ ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਸਭ ਦਾ ਮਨ ਕਰਦਾ ਵੀ ਛਕੀਏ। ਨਰ ਨਾਰਿਨ ਕੋ ਰੁਚਿਰ ਆਹਾਰਾ। ਇਦਾਂ ਜਿੰਨੇ ਨਰ ਨਾਰੀਆਂ ਨੇ ਸਾਰਿਆਂ ਵਾਸਤੇ ਰੁਚਿਰ ਇਹ ਭੋਜਨ ਲੰਗਰ ਪ੍ਰਸ਼ਾਦਾ, ਕਚੋਰੀਆਂ, ਪੂੜੀਆਂ, ਪੂੜੇ, ਭਾਂਤ ਭਾਂਤ ਦੇ ਜਿਹੜੇ ਪਕਵਾਨ ਨੇ ਉਹ ਤਿਆਰ ਹੋਏ ਵਰਤ ਰਹੇ ਹਨ। ਸਾਦਰ ਕਹਿ ਕਹਿ ਸਬਨ ਖੁਆਰਾ। ਮਾਤਾ ਗੰਗਾ ਜੀ ਆਪ ਆਪਣੀ ਨਿਗਰਾਨੀ ਦੇ ਵਿੱਚ ਸਾਰਿਆਂ ਨੂੰ ਭੋਜਨ ਛਕਾਉਂਦੇ, ਸਤਿਕਾਰ ਨਾਲ ਕੱਲੇ ਕੱਲੇ ਨੂੰ ਬਿਠਾ ਕੇ ਭਾਈ ਤੁਸੀਂ ਵੀ ਭੋਜਨ ਛਕੋ, ਤੁਸੀਂ ਵੀ ਛਕੋ। ਏਦਾਂ ਕੱਲੇ ਕੱਲੇ ਨੂੰ ਕੋਲ ਬਿਠਾ ਕੇ ਮਾਤਾ ਜੀ ਬੜਾ ਸਤਿਕਾਰ ਦੇ ਕੇ ਭੋਜਨ ਛਕਾਉਂਦੇ ਹਨ। ਤ੍ਰਿਪਤ ਹੋਏ ਪੀ ਚਾਹਤ ਖਾਇਓ। ਪ੍ਰਸ਼ਾਦਾ ਸਬਜੀ ਭਾਜੀਆਂ ਜਿੰਨੀਆਂ ਵੀ ਬਣੀਆਂ ਨੇ, ਪੂਰੀਆਂ ਕਚੋਰੀਆਂ ਆਦਿ ਜੋ ਕੁਝ ਵੀ ਬਣਿਆ ਇੰਨਾ ਸਵਾਦੀ ਬਣਿਆ ਵੀ ਪੇਟ ਭਰ ਕੇ ਖਾ ਲਿਆ, ਹਾਲੇ ਹੋਰ ਚਿੱਤ ਕਰਦਾ ਵੀ ਹੋਰ ਖਾਈ ਜਾਈਏ। ਪੇਟ ਭਰ ਰੱਜ ਗਿਆ ਪਰ ਨੀਅਤ ਨਹੀਂ ਰੱਜਦੀ, ਚਿੱਤ ਕਰਦਾ ਵੀ ਹੋਰ ਖਾਈ ਜਾਈਏ।
ਇੰਨੇ ਸਵਾਦੀ ਭੋਜਨ ਤਿਆਰ ਹੋਏ ਹਨ। ਅਸਨ ਸੋ ਅਸ ਸਵਾਦਲ ਮਨ ਭਾਇਓ। ਮਨ ਭਾਉਂਦਾ ਆਸਨ, ਮਨ ਭਾਉਂਦਾ ਪ੍ਰਸ਼ਾਦਾ ਸਭ ਨੇ ਛਕਿਆ ਹੈ। ਸਭ ਕੇ ਵਾਹਨ ਕੋ ਦੇ ਦਾਨਾ। ਸਾਰੇ ਵਾਹਨ ਜਿਹੜੇ ਨੇ ਘੋੜੇ ਬਲਦ, ਉਹਨਾਂ ਨੂੰ ਵੀ ਵਧੀਆ, ਉਹਨਾਂ ਵਾਸਤੇ ਵੀ ਵਧੀਆ ਦਾਣਾ ਪੱਠਾ ਤਿਆਰ, ਉਹਨਾਂ ਵਾਸਤੇ ਵੀ ਵਧੀਆ ਦਾਣਾ ਪੱਠਾ ਘਾਹ ਪੱਠਾ ਤਿਆਰ ਕਰਕੇ ਉਹਨਾਂ ਨੂੰ ਨਿਹਾਰੀਆਂ ਦਿੱਤੀਆਂ। ਘੋੜਿਆਂ ਨੂੰ ਵੀ ਦੇਸੀ ਘਿਓ ਦੀਆਂ ਚੂਰੀਆਂ ਬਣਾ ਬਣਾ ਦਿੱਤੀਆਂ ਹਨ। ਤ੍ਰਿਣ ਦਨ ਦਈ ਨਿਹਾਰੀ ਖਾਨਾ। ਘਾਹ ਪੱਠਾ ਤੇ ਹੋਰ ਨਿਹਾਰੀਆਂ ਘੋੜਿਆਂ ਨੂੰ ਬਲਦਾਂ ਨੂੰ ਦਿੱਤੀਆਂ ਗਈਆਂ ਨੇ। ਦਾਸ ਅਨਿਕ ਅਰ ਸਗਲ ਮਸੰਦ। ਜਿੰਨੇ ਗੁਰੂ ਘਰ ਦੇ ਦਾਸ ਤੇ ਗੁਰੂ ਘਰ ਦੀ ਮਸਨਦ ਨਾਲ ਜੁੜੇ ਹੋਏ ਮਸੰਦ ਹਨ, ਸਭ ਕੀ ਸੇਵਾ ਕਰੇ ਬਿਲੰਦ। ਉਹ ਸਾਰੇ ਸੇਵਾ ਕਰਦੇ ਨੇ ਗੁਰੂ ਘਰ ਵਿੱਚ ਆਈ ਹੋਈ ਸਾਰੀ ਸੰਗਤ ਦੀ। ਜੋ ਜਿਸ ਚਾਹੇ ਦਈ ਤੈ ਸੋਈ। ਜਿਹਨੂੰ ਜਿਹੜੀ ਚੀਜ਼ ਚਾਹੀਦੀ ਹੈ ਉਹ ਚੀਜ਼ ਉਹਦੇ ਕੋਲ ਪਹੁੰਚਦੀ ਕੀਤੀ ਜਾ ਰਹੀ ਹੈ। ਹਿਰਦੇ ਕਾਮ ਪੂਰਤ ਸਭ ਕੋਈ। ਸਾਰਿਆਂ ਦੇ ਮਨਾਂ ਦੀਆਂ ਕਾਮਨਾਵਾਂ ਇੱਛਾਵਾਂ ਪੂਰਨ ਕੀਤੀਆਂ ਜਾ ਰਹੀਆਂ ਹਨ। ਖਾਨ ਪਾਨ ਸਨਮਾਨ ਮਾਨਾ। ਔਰ ਖਾਨ ਪਾਨ ਜਿੱਥੇ ਦਿੱਤਾ ਜਾ ਰਿਹਾ ਉੱਥੇ ਮਹਾਨ ਸਨਮਾਨ ਤੇ ਸਤਿਕਾਰ ਵੀ ਦਿੱਤਾ ਜਾ ਰਿਹਾ ਹੈ। ਪਰੀ ਰੈਨ ਸੁਪਤੇ ਨਿਜ ਥਾਨਾ। ਰਾਤ ਪੈ ਗਈ, ਕਾਫੀ ਹਨੇਰਾ ਪੈ ਚੁੱਕਾ ਸੀ। ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ ਜਿੱਥੇ ਜਿੱਥੇ ਜਿਸ ਜਿਸ ਨੂੰ ਆਸਣ ਮਿਲਿਆ ਆਪੋ ਆਪਣੇ ਆਸਣਾਂ ਦੇ ਉੱਤੇ ਸਾਰੇ ਸੁੱਤੇ ਹਨ, ਆਰਾਮ ਕਰਨ ਲੱਗੇ ਹਨ। ਸ਼੍ਰੀ ਅਰਜਨ ਸੁਧ ਸਭ ਕੀ ਸੁਨ ਕੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਸਾਰਿਆਂ ਦੀ ਸੁਧ ਸੁਣ ਲਈ ਕਿ ਸਾਰੀ ਸੰਗਤ ਨੇ ਭੋਜਨ ਛਕ ਲਿਆ, ਸਾਰੀ ਸੰਗਤ ਨੂੰ ਆਰਾਮ ਕਰਨ ਵਾਸਤੇ ਹਰ ਇੱਕ ਨੂੰ ਆਸਣ ਬਿਸਤਰਾ ਮੰਜਾ ਮਿਲ ਚੁੱਕਾ ਹੈ। ਭਈ ਸੇਵ ਤ੍ਰਿਪਤੇ ਗਨ ਗੁਣ ਕੈ। ਸਾਰੀ ਸੰਗਤ ਦੀ ਸੇਵਾ ਟਹਿਲ ਹੋ ਚੁੱਕੀ ਹੈ। ਸਾਰੇ ਤ੍ਰਿਪਤ ਹੋ ਕੇ ਭੋਜਨ ਦੇ ਸਹਿਤ ਆਪੋ ਆਪਣੇ ਆਸਣਾਂ ਤੇ ਜਾ ਬਿਰਾਜੇ ਹਨ। ਸੁਪਤੇ ਸਭ ਇਨ ਤੇ ਪਛਾਤੀ। ਕਹਿੰਦੇ ਸਾਰੀ ਸੰਗਤ ਦੀ ਸਾਰੀ ਸੁਧ ਲੈਣ ਤੋਂ ਬਾਅਦ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਅਦ ਵਿੱਚ ਸਭ ਤੋਂ ਆਰਾਮ ਕੀਤਾ। ਵੇਖੋ ਸਤਿਗੁਰਾਂ ਦੇ ਹਿਰਦੇ 'ਚ ਸੰਗਤ ਨਾਲ ਕਿੰਨਾ ਸਨੇਹ ਹੈ। ਕੱਲੇ ਕੱਲੇ ਦੀ ਪਹਿਲਾਂ ਸਾਰਿਆਂ ਦੀ ਖਬਰ ਸਾਰ ਲਈ। ਵੇਖੋ ਭਾਈ ਕੋਈ ਰਹਿ ਨਾ ਜਾਵੇ ਕਿ ਕੋਈ ਕਿਸੇ ਨੂੰ ਭੋਜਨ ਨਾ ਮਿਲੇ, ਕੋਈ ਐਸਾ ਨਾ ਹੋਵੇ ਜਿਹਨੂੰ ਮੰਜਾ ਬਿਸਤਰਾ ਨਾ ਮਿਲੇ। ਸਰਦੀਆਂ ਦਾ ਮੌਸਮ ਹੈ। ਮਹਾਰਾਜ ਜੀ ਨੇ ਹਰ ਇੱਕ ਦੀ ਖਬਰ ਲੈ ਕੇ ਵੀ ਜਦੋਂ ਸਾਰੇ ਆਨੰਦ ਦੇ ਨਾਲ ਆਪੋ ਆਪਣੇ ਆਸਣਾਂ ਤੇ ਬਿਰਾਜ ਗਏ, ਸਭ ਤੋਂ ਬਾਅਦ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਆਸਣ ਤੇ ਬਿਰਾਜੇ ਹਨ। ਸਭ ਤੋਂ ਬਾਅਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਤੇ ਬਿਰਾਜੇ ਨੇ। ਤਿਮ ਅੰਤਰ ਗੰਗਾ ਰਖਾਤੀ। ਇਸੇ ਤਰ੍ਹਾਂ ਉਧਰ ਮਹਿਲਾਂ ਦੇ ਵਿੱਚ ਮਾਤਾ ਗੰਗਾ ਜੀ ਬੜੇ ਪ੍ਰਸੰਨ ਹਨ। ਦਾਸੀ ਗਨ ਕੋ ਪ੍ਰੇਰਨ ਕਰਤੀ। ਬਹੁਤ ਸਾਰੀਆਂ ਦਾਸੀਆਂ ਨੇ ਜਿਹੜੀਆਂ ਮਾਤਾ ਗੰਗਾ ਜੀ ਦੀਆਂ। ਮਾਤਾ ਜੀ ਉਹਨਾਂ ਸਾਰੀਆਂ ਦਾਸੀਆਂ ਨੂੰ ਪ੍ਰੇਰਦੇ ਨੇ, ਕੱਲੀ ਕੱਲੀ ਦਾਸੀ ਨੂੰ। ਵੇਖੋ ਭਾਈ ਕੋਈ ਮਾਈ ਇਸਤਰੀ ਰਹਿ ਨਾ ਜਾਵੇ ਭੋਜਨ ਤੋਂ ਬਿਨਾਂ। ਸਾਰੀਆਂ ਇਸਤਰੀਆਂ ਦੀ ਜਿੰਨੀ ਵੀ ਉੱਥੇ ਗੁਰੂ ਘਰ ਦੇ ਗੁਰੂ ਮਹਿਲਾਂ ਦੇ ਵਿੱਚ ਸਨ, ਉਹਨਾਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਮਾਤਾ ਗੰਗਾ ਜੀ ਨੇ ਕਰਵਾਇਆ ਹੈ। ਖਾਨ ਪਾਨ ਸਭ ਕੀ ਸੁਧ ਤਰਤੀ। ਕੱਲੇ ਕੱਲੇ ਦੀ ਖਾਨ ਪਾਨ ਦੀ ਸੁਧ ਸੰਭਾਲ ਮਾਤਾ ਗੰਗਾ ਜੀ ਲੈਂਦੇ ਹਨ। ਬਹੁ ਸਨੇ ਤੇ ਨੁਖਾ ਬਿਠਾਵੇਂ। ਬੜੇ ਸਨੇਹ ਦੇ ਨਾਲ ਮਾਤਾ ਗੰਗਾ ਜੀ ਆਪਣੀ ਨੂੰਹ ਰਾਣੀ ਦਮੋਦਰੀ ਜੀ ਨੂੰ ਬਿਠਾਉਂਦੇ ਨੇ। ਕਹਿ ਕਹਿ ਬਰ ਭੋਜਨ ਕੋ ਖਵਾਵੇਂ। ਮਾਤਾ ਦਮੋਦਰੀ ਜੀ ਨੂੰ ਕੋਲ ਬਿਠਾ ਕੇ ਮਾਤਾ ਗੰਗਾ ਜੀ, ਹਾਲੇ ਮਾਤਾ ਦਮੋਦਰੀ ਜੀ ਦੀ ਉਮਰ ਕੋਈ 7-8 ਸਾਲ ਦੇ ਵਿਚਕਾਰ ਹੀ ਸੀ ਉਸ ਵੇਲੇ, ਬਾਲ ਅਵਸਥਾ ਵਿੱਚ ਹੀ ਸਨ। ਤੇ ਮਾਤਾ ਗੰਗਾ ਜੀ ਸਤਕਾਰ ਦੇ ਨਾਲ ਦਮੋਦਰੀ ਜੀ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਭੋਜਨ ਛਕਾਉਂਦੇ ਨੇ। ਹੁਣ ਆਪਣੇ ਟਿਗ ਸੇਜਾ ਸੁੰਦਰ। ਆਪਣੇ ਕੋਲ ਹੀ ਮਾਤਾ ਜੀ ਨੇ, ਮਾਤਾ ਗੰਗਾ ਜੀ ਨੇ ਮਾਤਾ ਦਮੋਦਰੀ ਜੀ ਦੀ ਸੇਜਾ ਵਿਛਾਈ, ਆਪਣੇ ਕੋਲ ਲਟਾਇਆ ਹੈ। ਕਰੀ ਡਸਾਵਨ ਅੰਦਰ ਮੰਦਰ। ਸੋਹਣੇ ਮਕਾਨ ਮੰਦਰ ਜਿੱਥੇ ਮਾਤਾ ਗੰਗਾ ਜੀ ਦਾ ਆਸਣ ਹੁੰਦਾ ਸੀ, ਉੱਥੇ ਬਿਲਕੁਲ ਆਪਣੇ ਨੇੜੇ ਮਾਤਾ ਦਮੋਦਰੀ ਜੀ ਦਾ ਆਸਣ ਲਵਾਇਆ ਹੈ। ਲੇਕਰ ਨਿਕਟ ਆਪ ਤਬ ਸੋਈ। ਔਰ ਇਸ ਪ੍ਰਕਾਰ ਨਾਲ ਮਾਤਾ ਗੰਗਾ ਜੀ ਬਿਰਾਜੇ ਹਨ। ਨੁਖਾ ਬਿਲੋਕ
ਸੰਗਤ ਹਰਖਤ ਹੋਈ। ਔਰ ਮਾਤਾ ਦਮੋਦਰੀ ਜੀ ਦੇ ਵੱਲ ਵੇਖ ਵੇਖ ਕੇ ਮਾਤਾ ਗੰਗਾ ਜੀ ਦਾ ਹਿਰਦਾ ਬੜਾ ਹੀ ਖੁਸ਼ ਹੁੰਦਾ ਹੈ, ਬੜਾ ਹੀ ਆਨੰਦਿਤ ਹੁੰਦਾ ਹੈ। ਹਰ ਗੋਵਿੰਦ ਬਰ ਇੰਦ ਮਨਿੰਦਾ। ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜੋ ਚੰਦ ਜੈਸੇ ਸੁੰਦਰ ਹਨ। ਪਿਤ ਸਮੀਪ ਪੋਡੇ ਸੁਖ ਕੰਦਾ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕੋਲ ਆਰਾਮ ਕਰਨ ਲੱਗੇ ਹਨ। ਮਹਾਦੇਵ ਨਿਜ ਘਰੋਂ ਸਿਧਾਰਾ। ਬਾਬਾ ਮਹਾਦੇਵ ਜੀ ਆਪਣੇ ਘਰ ਚਲੇ ਗਏ ਜਿੱਥੇ ਉਹਨਾਂ ਦਾ ਡੇਰਾ ਸੀ। ਸਭ ਕੁਟੰਬ ਇਤ ਪਟਿਓ ਆਹਾਰਾ। ਔਰ ਸਾਰੇ ਕੁਟੰਬ ਪਰਿਵਾਰ ਵਾਸਤੇ ਭੋਜਨ ਭੇਜਿਆ ਹੈ। ਮੋਹਨ ਅਪਰ ਮੋਰੀ ਦਾਤੂ। ਬਾਬਾ ਮੋਹਨ ਜੀ, ਬਾਬਾ ਮੋਰੀ ਜੀ, ਬਾਬਾ ਦਾਤੂ ਜੀ ਹੋਣੀ। ਖਾਨ ਪਾਨ ਸੁਪਤੇ ਹਰ ਖਾਤੂ। ਸਾਰਿਆਂ ਨੇ ਖਾਨ ਪਾਨ ਕੀਤਾ ਤੇ ਖਾਨ ਪਾਨ ਕਰਕੇ ਆਪੋ ਆਪਣੇ ਆਸਣਾਂ ਤੇ ਬੜੀ ਖੁਸ਼ੀ ਨਾਲ ਸੁੱਤੇ ਹਨ। ਅਪਰ ਸਿੱਖ ਸੰਗਤ ਨਰ ਨਾਰੀ। ਹੋਰ ਵੀ ਜਿੰਨੀਆਂ ਸਿੱਖ ਸੰਗਤਾਂ ਨਰ ਨਾਰੀਆਂ ਹਨ। ਬ੍ਰਿੰਦ ਮਸੰਦ ਕਰਤ ਜੇਕਾਰੀ। ਗੁਰੂ ਘਰ ਦੇ ਜਿੰਨੇ ਮਸੰਦ ਨੇ ਗੁਰੂ ਘਰ ਦੀ ਸੇਵਾ ਟਹਿਲ ਕਰਨ ਵਾਲੇ। ਦਾਸੀ ਦਾਸ ਸਭ ਦਾਸੀ ਦਾਸ ਸਭਨ ਸੁਖ ਪਾਏ। ਜਿੰਨੇ ਗੁਰੂ ਘਰ ਦੇ ਦਾਸੀਆਂ ਦਾਸ ਨੇ ਸਾਰੇ ਬੜੇ ਸੁਖ ਦੇ ਨਾਲ ਆਨੰਦ ਨਾਲ ਬਿਰਾਜੇ ਹਨ। ਨਿਜ ਨਿਜ ਥਾਨ ਸਤਲ ਸੁਪਤਾਏ। ਆਪੋ ਆਪਣੀਆਂ ਥਾਵਾਂ ਤੇ ਸਾਰੇ ਸੁੱਤੇ ਪਏ ਹਨ। ਜਾਮ ਜਾਮਨੀ ਜਾਗੇ ਨਾਥ। ਇਧਰ ਸਤਿਗੁਰਾਂ ਦਾ ਨਿਤਨੇਮ ਹੈ। ਪੰਚਮ ਪਾਤਸ਼ਾਹ ਜੀ ਮਹਾਰਾਜ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠੇ ਹਨ। ਮੋਹਨ ਮਾਤੁਲ ਲੀਨਸ ਸਾਥ। ਔਰ ਆਪਣੇ ਸਤਿਕਾਰਯੋਗ ਬਾਬਾ ਮੋਹਨ ਜੀ ਨੂੰ ਅੰਮ੍ਰਿਤ ਵੇਲੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਨਾਲ ਲਿਆ ਹੈ। ਸੋਚਾ ਚਾਰ ਕਰੇ ਬਿਦ ਸਾਰੀ। ਪਹਿਲਾਂ ਸੋਚਾਚਾਰ ਕੀਤਾ, ਸਰੀਰ ਦੀ ਕਿਰਿਆ ਆਦਿਕ ਸੋਧੀ ਹੈ, ਦਾਤਣ ਕੁਰਲਾ ਕੀਤਾ ਹੈ। ਪ੍ਰਥਮ ਨਹਾਏ ਕੂਪ ਕੇ ਬਾਰੀ। ਔਰ ਪਹਿਲਾਂ ਬਾਹਰ ਖੂਹ ਦੇ ਜਲ ਨਾਲ ਮਹਾਰਾਜ ਪੰਜਵੇਂ ਪਾਤਸ਼ਾਹ ਨੇ, ਬਾਬਾ ਮੋਹਨ ਜੀ, ਬਾਬਾ ਮੋਰੀ ਜੀ ਹੋਣਾ ਨੇ, ਬਾਬਾ ਦਾਤੂ ਜੀ ਹੋਣਾ ਨੇ, ਮਹਾਰਾਜ ਪੰਜਵੇਂ ਪਾਤਸ਼ਾਹ ਦੇ ਸਮੇਤ ਪਹਿਲਾਂ ਖੂਹ ਦੇ ਜਲ ਨਾਲ ਇਸ਼ਨਾਨ ਕੀਤਾ ਹੈ। ਸੁਦਾ ਸਰੋਵਰ ਜਾਏ ਇਸ਼ਨਾਨੇ। ਖਾਲਸਾ ਜੀ ਪਹਿਲਾਂ ਖੂਹ ਦੇ ਜਲ ਨਾਲ ਇਸ਼ਨਾਨ ਕਰਕੇ ਫਿਰ ਬਾਅਦ ਵਿੱਚ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕੀਤਾ। ਇਹ ਮਰਿਆਦਾ ਹੈ। ਨਿਰਮਲ ਹੋਏ ਕਰ ਇਸ਼ਨਾਨਾ। ਪਹਿਲਾਂ ਬਾਹਰੋਂ ਜਲ ਨਾਲ ਇਸ਼ਨਾਨ ਕਰਕੇ ਫਿਰ ਨਿਰਮਲ ਹੋ ਕੇ, ਪਹਿਲਾਂ ਬਾਹਰ ਪਾਣੀ ਨਾਲ ਇਸ਼ਨਾਨ ਕਰਕੇ ਜੇ ਸਰੀਰ ਦੀ ਕਿਰਿਆ ਸੋਧੀ ਹੋਵੇ ਤੇ ਪਹਿਲਾਂ ਇਸ਼ਨਾਨ ਕਰਨਾ ਬਾਹਰੋਂ ਜ਼ਰੂਰੀ, ਫਿਰ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਨਾ। ਔਰ ਸਰੋਵਰ ਵਿੱਚ ਕਿਵੇਂ ਇਸ਼ਨਾਨ ਕਰਨਾ ਹੈ? ਦੰਡਵਤ ਇਸ਼ਨਾਨ। ਦੰਡਵਤ ਇਸ਼ਨਾਨ ਕੀ ਹੁੰਦਾ? ਜਿਵੇਂ ਡੰਡਾ ਹੁੰਦਾ ਨਾ ਕੋਈ, ਉਹ ਪਾਣੀ ਵਿੱਚ ਜਿਵੇਂ ਰੱਖੀਦਾ ਉਦਾਂ ਹੀ ਡਬੋ ਕੇ ਬਾਹਰ ਕੱਢ ਲਈਦਾ, ਉਹਨੂੰ ਦੰਡਵਤ ਇਸ਼ਨਾਨ ਕਹਿੰਦੇ ਆ। ਇਸ ਸਰੋਵਰ ਵਿੱਚ ਵੜਨਾ, ਸਰੀਰ ਨਹੀਂ ਮਲਣਾ ਆਪਣਾ। ਕਈ ਮਲਣ ਲੱਗ ਪੈਂਦੇ ਦੱਬ ਦੱਬ ਕੇ, ਖਬਰੇ ਕਿੰਨਾ ਚਿਰ ਹੋ ਗਿਆ ਨਹਾਤੇ ਨਹੀਂ, ਅੱਜ ਹੀ ਨਹਾਣ ਨੂੰ ਮੌਕਾ ਮਿਲਿਆ। ਸਰੋਵਰ ਦੇ ਵਿੱਚ ਕਦੇ ਮਲ ਕੇ ਨਹੀਂ ਨਹਾਉਣਾ, ਇਹ ਮਰਿਆਦਾ ਹੈ। ਜਦੋਂ ਵੀ ਗੁਰੂ ਸਰੋਵਰ, ਜਿੰਨੇ ਵੀ ਗੁਰੂ ਸਾਹਿਬ ਦੇ ਸਰੋਵਰ ਨੇ, ਚਾਹੇ ਉਹ ਅੰਮ੍ਰਿਤਸਰ ਸਰੋਵਰ ਹੈ, ਜਿੰਨੇ ਵੀ ਗੁਰੂ ਸਾਹਿਬ ਦੇ ਅੰਮ੍ਰਿਤ ਸਰੋਵਰ ਨੇ, ਉਹਨਾਂ ਵਿੱਚ ਮਲ ਕੇ ਇਸ਼ਨਾਨ ਨਹੀਂ ਕਰਨਾ ਕਦੇ। ਜਿਵੇਂ ਡੰਡਾ ਵਿੱਚ ਪੈਂਦਾ ਇਦਾਂ ਹੀ ਬਾਹਰ ਨਿਕਲ ਜਾਂਦਾ ਨਾ, ਇਦਾਂ ਹੀ ਬਸ ਵਿੱਚ ਇਸ਼ਨਾਨ ਕਰਨਾ। ਜਿੰਨਾ ਚਿਰ ਕੋਈ ਭਜਨ ਕਰਨਾ ਕਰਕੇ ਉਸੇ ਵਕਤ ਬਾਹਰ ਆ ਜਾਣਾ ਹੈ, ਨਮਸਕਾਰ ਕਰਕੇ ਭਾਵਨਾ ਨਾਲ। ਔਰ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦੀ ਇਹ ਮਹਾਤਮ ਹੈ ਕਿ ਗੁਰੂ ਸਾਹਿਬ ਜੀ ਆਪ ਇਹ ਨਿਯਮ ਪਾਲਦੇ ਨੇ ਵੀ ਪਹਿਲਾਂ ਖੂਹ ਦੇ ਜਲ ਨਾਲ ਇਸ਼ਨਾਨ ਕੀਤਾ, ਮੁੜ ਕੇ ਬਾਅਦ ਵਿੱਚ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕੀਤਾ। ਹੁਣ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੁੱਖ ਭੰਜਨੀ ਬੇਰੀ ਦੇ ਨਾਲ ਹੀ ਉਰਲੇ ਪਾਸੇ ਟੂਟੀਆਂ ਲੱਗੀਆਂ ਹੋਈਆਂ ਨੇ, ਤੇ ਉਸ ਪਾਸੇ ਪਹਿਲਾਂ ਟੂਟੀਆਂ ਦੇ ਥੱਲੇ ਕਈ ਗੁਰਮੁਖ ਪਿਆਰੇ ਪਹਿਲਾਂ ਉੱਥੇ ਇਸ਼ਨਾਨ ਕਰ ਲੈਂਦੇ, ਫਿਰ ਸਰੋਵਰ ਵਿੱਚ ਬਾਅਦ ਚੁੱਭਾ ਲਾਉਂਦੇ। ਇਹ ਮਰਿਆਦਾ ਗੁਰੂ ਸਾਹਿਬ ਦਾ ਸਰੀਰ ਹੈ ਰਾਮਦਾਸ ਸਰੋਵਰ, ਮਹਾਰਾਜ ਜੀ ਦਾ ਪਾਵਨ ਤਨ ਹੈ। ਜਿੰਨਾ ਸਤਿਕਾਰ ਕਰਾਂਗੇ ਓਨੀਆਂ ਹੀ ਗੁਰੂ ਰਾਮਦਾਸ ਸਾਹਿਬ ਦੀਆਂ ਬਖਸ਼ਿਸ਼ਾਂ ਹੁੰਦੀਆਂ, ਗੁਰੂ ਸਾਹਿਬ ਦੀ ਓਨੀ ਕਿਰਪਾ ਤੇ ਕਰੁਣਾ ਵਰਤਦੀ ਹੈ। ਤੋ ਕਈ ਗੁਰਮੁਖ ਪਿਆਰਿਆਂ ਕੋਲ ਸਰਾਂ ਦੇ ਵਿੱਚ ਕਮਰੇ ਹੁੰਦੇ, ਉਹ ਪਹਿਲਾਂ ਉੱਥੇ ਇਸ਼ਨਾਨ ਕਰ ਆਉਂਦੇ ਆ, ਬਾਅਦ ਵਿੱਚ ਸਰੋਵਰ ਵਿੱਚ ਇਸ਼ਨਾਨ ਕਰ ਲੈਂਦੇ ਆ।
ਜੇ ਨਾ ਹੋ ਸਕੇ ਤੇ ਫਿਰ ਟੂਟੀਆਂ ਲੱਗੀਆਂ ਨੇ ਉੱਥੇ ਦਰਬਾਰ ਦੀ ਪਰਿਕਰਮਾ ਵਿੱਚ, ਸਰੋਵਰ ਦੀ ਪਰਿਕਰਮਾ 'ਚ, ਉੱਥੇ ਇਸ਼ਨਾਨ ਕਰਕੇ ਸਰੋਵਰ 'ਚ ਇਸ਼ਨਾਨ ਕੀਤਾ ਜਾ ਸਕਦਾ ਹੈ। ਇਹ ਮਰਿਆਦਾ ਹੈ। ਸਰੋਵਰਾਂ ਦਾ ਸਤਿਕਾਰ ਸਾਡੇ ਹਿਰਦੇ 'ਚ ਹੋਣਾ ਚਾਹੀਦਾ। ਇਹ ਨਹੀਂ ਵੀ ਕੋਈ ਬੈਠਾ ਸਰੋਵਰ ਦੇ ਵਿੱਚ ਪੈਰ ਲਟਕਾ ਕੇ ਕਈ ਬਹਿ ਜਾਂਦੇ। ਸਰੋਵਰ ਦੇ ਵਿੱਚ ਪੈਰ ਕੀਤੇ ਹੁੰਦੇ ਆ, ਪਤਾ ਹੀ ਨਹੀਂ ਕਿ ਸਰੋਵਰ ਭਾਈ ਪੈਰ ਲਟਕਾ ਕੇ ਬੈਠਣ ਵਾਲਾ ਨਹੀਂ। ਅੱਜ ਇਸ਼ਨਾਨ ਕਰਨਾ ਫਿਰ ਸਰੀਰ ਸਮੇਤ ਜਾ ਸਕਦੇ, ਉਦਾਂ ਪੈਰ ਲਟਕਾ ਕੇ ਵਿੱਚ ਬੈਠੇ ਰਹਿਣਾ ਇਹ ਵੀ ਯੋਗ ਨਹੀਂ ਹੈ। ਫਿਰ ਕਈ ਗੁਰਮੁਖ ਪਿਆਰੇ ਚੂੜਾ ਲੈਂਦੇ ਨੇ, ਇੱਥੇ ਵੀ ਇਹ ਕਈ ਵਾਰੀ ਵੇਖਣ ਵਿੱਚ ਆਉਂਦਾ, ਟੋਕ ਟਕਾਈ ਵੀ ਹੁੰਦੀ ਹੈ, ਪਰ ਪਤਾ ਨਹੀਂ ਕਿਉਂ ਇਹ ਸੁਭਾਅ ਬਣਿਆ ਹੁੰਦਾ ਵੀ ਪੈਰਾਂ ਸਮੇਤ ਜਲ ਵਿੱਚ ਜਾਣਾ, ਫਿਰ ਵਿੱਚੋਂ ਚੂੜਾ ਲੈਣਾ। ਹੁਣ ਤੁਸੀਂ ਜਦੋਂ ਹਰ ਕੀ ਪੌੜੀ ਤੋਂ ਚੂੜਾ ਲੈਂਦੇ ਹੋ, ਉੱਥੇ ਵਿੱਚ ਪੈਰ ਤਾਂ ਨਹੀਂ ਪਾਏ ਜਾਂਦੇ, ਉੱਥੇ ਬਾਹਰੋਂ ਹੀ ਚੂੜਾ ਲੈ ਕੇ ਮੁੜਦੇ ਆ ਨਾ। ਇਸੇ ਤਰ੍ਹਾਂ ਜੇ ਇੱਥੇ ਵੀ ਚੂੜਾ ਲੈਂਦੇ ਹੋ ਦੁੱਖ ਨਿਵਾਰਨ ਸਾਹਿਬ ਸਰੋਵਰ ਵਿੱਚ, ਤੇ ਕੋਸ਼ਿਸ਼ ਕਰਿਆ ਕਰੋ ਕਿ ਤੁਹਾਨੂੰ ਵਿੱਚ ਪੈਰ ਨਾ ਪਾਉਣੇ ਪੈਣ ਜਲ ਦੇ। ਦੂਰੋਂ ਜਲ ਲੈਣਾ, ਵਿੱਚ ਪੈਰ ਨਹੀਂ ਪਾਉਣੇ ਜਲ ਦੇ। ਚੂੜਾ ਲੈ ਕੇ ਪਿੱਛੇ ਹੋ ਕੇ ਸਤਿਕਾਰ ਸਹਿਤ ਉਹਨੂੰ ਜਲ ਦੇ ਚੂਲੇ ਨੂੰ ਛਕਣਾ ਹੈ। ਤੋ ਇਹ ਸਤਿਕਾਰ ਹੈ, ਜਿੰਨਾ ਗੁਰੂ ਘਰ ਦਾ ਅਸੀਂ ਕਰ ਲਵਾਂਗੇ ਓਨਾ ਹੀ ਥੋੜਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪਹਿਲਾਂ ਖੂਹ 'ਚ ਇਸ਼ਨਾਨ ਕੀਤਾ, ਖੂਹ ਦੇ ਜਲ ਨਾਲ। ਬਾਬਾ ਮੋਹਣ ਜੀ, ਮੋਹਰੀ ਜੀ ਹੋਣਾ ਨੇ ਫਿਰ ਬਾਅਦ ਵਿੱਚ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ। ਪੁਨ ਪਹੁੰਚੇ ਹਰਿਮੰਦਰ ਥਾਨੇ, ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਦਰਬਾਰ 'ਚ ਪਹੁੰਚੇ ਹਨ। ਬੈਠਤ ਪਏ ਸੋ ਸਭਾ ਸੁਧਾਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮਹਾਰਾਜ ਜੀ ਦਾ ਦੀਵਾਨ ਸਜਿਆ ਹੈ। ਸਾਰੇ ਗੁਰਸਿੱਖ ਮਹਾਰਾਜ ਜੀ ਦੇ ਦੀਵਾਨ ਵਿੱਚ ਸਭਾ 'ਚ ਬੈਠੇ ਹਨ। ਗਾਵਨ ਲਗੇ ਸੋ ਆਸਾਵਾਰ, ਰਬਾਬੀ ਸਿੱਖ ਆ ਗਏ ਗੁਰੂ ਦਰਬਾਰ ਵਿੱਚ। ਅੰਮ੍ਰਿਤ ਵੇਲੇ ਗੁਰਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲੱਗੀਆਂ। ਰਬਾਬੀ ਸਿੱਖਾਂ ਨੇ ਰਬਾਬ ਦੀਆਂ ਤੰਦੀਆਂ ਛੇੜੀਆਂ ਨੇ, ਆਸਾ ਰਾਗ ਅਲਾਪਿਆ। ਆਸਾ ਰਾਗ ਵਿੱਚ ਮਹਾਰਾਜ ਜੀ ਦੀ ਅੰਮ੍ਰਿਤ ਭਿੰਨੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਗੁਰਮੁਖ ਪਿਆਰੇ ਕੀਰਤਨੀਏ ਕਰਨ ਲੱਗੇ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਇਹੋ ਜੇ ਪਿਆਰ ਦੇ ਰੰਗ ਦੇ ਵਿੱਚ ਭਿੱਜੇ ਹੋਏ ਗੁਰਬਾਣੀ ਦੇ ਕੀਰਤਨ ਦੇ ਰੰਗ ਵਿੱਚ ਰੰਗੇ ਗਏ। ਬ੍ਰਿਧ ਜੁਤ ਆਏ ਗਇਓ ਗੁਰਦਾਸ, ਇਹਨੇ ਨੂੰ ਸਤਿਕਾਰਯੋਗ ਗੁਰੂ ਘਰ ਦੇ ਮਹਾਨ ਵਜ਼ੀਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਗੁਰੂ ਘਰ ਦੇ ਮਹਾਨ ਵੇਦ ਵਿਆਸ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਭ ਤੋਂ ਪਹਿਲੇ ਜਥੇਦਾਰ ਭਾਈ ਸਾਹਿਬ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਨੇ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੌਂਪੀ ਸੀ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਇਤਨੇ ਨੂੰ ਗੁਰੂ ਸਭਾ ਵਿੱਚ ਆ ਗਏ। ਬੈਠੇ ਬ੍ਰਿੰਦ ਮਸੰਦੇ ਪਾਸ, ਬਹੁਤ ਸਾਰੇ ਗੁਰੂ ਘਰ ਦੇ ਜਿਹੜੇ ਮਸੰਦ ਸਨ ਉਹ ਵੀ ਮਹਾਰਾਜ ਜੀ ਕੋਲ ਆ ਕੇ ਬੈਠੇ ਨੇ। ਉਮਰ ਸ਼ਾਹ ਭਾਈ ਕਲਿਆਣ, ਇਹ ਮਸੰਦ ਕਿਹੜੇ ਕਿਹੜੇ ਨੇ? ਭਾਈ ਉਮਰ ਸ਼ਾਹ ਜੀ, ਭਾਈ ਸਾਹਿਬ ਭਾਈ ਕਲਿਆਣ ਜੀ, ਇਹ ਬੜੇ ਬੜੇ ਪਿਆਰ ਵਾਲੇ ਜਿਹੜੇ ਗੁਰਮੁਖ ਨੇ ਉਹ ਬੈਠੇ ਹਨ। ਬਹੁ ਸਿੱਖ ਕਰੇ ਦਰਸ ਕੋ ਆਨ, ਬਹੁਤ ਸਾਰੇ ਜਿਹੜੇ ਸਿੱਖ ਨੇ ਉਹ ਮਹਾਰਾਜ ਜੀ ਦੇ ਆ ਕੇ ਦਰਸ਼ਨ ਕਰ ਰਹੇ ਹਨ। ਨੰਦ ਆਨੰਦ ਮੋਰੀ ਸੰਗ, ਬਾਬਾ ਆਨੰਦ ਜੀ ਬਾਬਾ ਮੋਹਰੀ ਜੀ ਦੇ ਸਮੇਤ ਆਏ ਹਨ, ਬੜੇ ਆਨੰਦ ਸਹਿਤ। ਸੰਸ ਰਾਮ ਜੁਤ ਹਿਰਦੇ ਉਮੰਗ, ਬਾਬਾ ਸੰਸ ਰਾਮ ਜੀ ਬੜੇ ਆਨੰਦ ਨਾਲ। ਬਾਬਾ ਅਰਥਮਲ ਜੀ ਵੀ ਚੱਲ ਕੇ ਆਏ ਹਨ। ਆਏ ਸਭਾ ਦਰਬਾਰ ਲਗਾਈ, ਗੁਰੂ ਸਾਹਿਬ ਜੀ ਦੀ ਸਭਾ ਵਿੱਚ ਆ ਕੇ ਦਰਬਾਰ ਸਜਾ ਕੇ ਬੈਠੇ ਹਨ। ਕੀਰਤ ਸੁਨਤ ਸਰਬਰ ਖਾਈ, ਵੇਖ ਸੁਣ ਕੇ ਸਾਰਿਆਂ ਦੇ ਮਨਾਂ ਵਿੱਚ ਬੜੀ ਖੁਸ਼ੀ ਤੇ ਆਨੰਦ ਵਰਤ ਰਿਹਾ ਹੈ। ਰਾਤ ਹੋਤ ਕੇ ਪਾਇਓ ਭੋਗ, ਔਰ ਕਹਿੰਦੇ ਦਿਨ ਚੜ੍ਹਦਿਆਂ ਤੱਕ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਜਦੋਂ ਥੋੜੀ ਥੋੜੀ ਲੋ ਲੱਗੀ, ਉਸ ਵਕਤ ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਦੀ ਸਮਾਪਤੀ ਕੀਤੀ ਗਈ ਹੈ। ਸਿਰ ਨਿਵਾਏ ਤਬ ਸਭੂ ਲੋਗ, ਸਾਰੀ ਸੰਗਤ ਨੇ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ। ਸ਼੍ਰੀ ਗੁਰ ਗ੍ਰੰਥ ਸਾਹਿਬ ਜਬ ਆਇਵ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ
ਆਸਾ ਜੀ ਦੀ ਵਾਰ ਦਾ ਕੀਰਤਨ ਪਹਿਲਾਂ ਸ਼ੁਰੂ ਹੋ ਜਾਂਦਾ, ਮਹਾਰਾਜ ਜੀ ਦਾ ਸਰੂਪ ਬਾਅਦ ਵਿੱਚ ਆਉਂਦਾ ਹੈ। ਇਹ ਮਰਿਆਦਾ ਪੰਜਵੇਂ ਪਾਤਸ਼ਾਹ ਦੇ ਸਮੇਂ ਦੀ ਸੀ, ਉਸੇ ਟਾਈਮ ਤੋਂ ਹੁਣ ਤੱਕ ਦੀ ਚੱਲਦੀ ਆ ਰਹੀ ਹੈ। ਫਿਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਰੂਪ ਆਏ ਹਨ। ਸਗਰੇ ਉਠ ਸਨਮਾਨ ਵਧਾਇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਵਾਰੀ ਜਿਸ ਵੇਲੇ ਮਹਾਰਾਜ ਜੀ ਦੇ ਦਰਬਾਰ 'ਚ ਪਹੁੰਚੀ, ਸਾਰੀ ਸੰਗਤ ਨੇ ਉੱਠ ਕੇ ਬੜਾ ਅਦਬ ਤੇ ਸਤਕਾਰ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਕੀਤਾ। ਸ਼੍ਰੀ ਮੰਜੀ ਪਰ ਖੋਲਨ ਕੀਨਾ। ਔਰ ਮੰਜੀ ਦੇ ਉੱਤੇ, ਪੀੜਾ ਸਾਹਿਬ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਾਬਾ ਬੁੱਢਾ ਸਾਹਿਬ ਜੀ ਨੇ ਟਿਕਾਇਆ ਹੈ। ਔਰ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ਼ੁਰੂ ਕੀਤਾ। ਉਧਰ ਭੱਟ ਸਵਈਏ ਗਾਣ ਲੱਗੇ ਹਨ, ਮਹਾਰਾਜ ਜੀ ਦੀ ਸਿਫਤ ਕਰਨ ਲੱਗੇ ਹਨ। ਭੱਟ ਪੜ ਰਹੇ ਨੇ, ਹਮ ਅਵਗੁਣ ਭਰੇ ਇਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤੇ ਬਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾ। ਭੱਟ ਗਾ ਰਹੇ ਨੇ ਸਵਈਏ ਬੜੀ ਪਿਆਰ ਨਾਲ, ਤੇ ਬਾਬਾ ਬੁੱਢਾ ਸਾਹਿਬ ਜੀ ਪ੍ਰਕਾਸ਼ ਕਰ ਰਹੇ ਨੇ। ਪਠਨ ਹੇਤ ਗੁਰ ਆਇਸ ਦੀਨੀ। ਮਹਾਰਾਜ ਜੀ ਨੇ ਆਗਿਆ ਦਿੱਤੀ, ਬਾਬਾ ਬੁੱਢਾ ਸਾਹਿਬ ਜੀ ਪ੍ਰਕਾਸ਼ ਕਰੋ ਤੇ ਮੁਖ ਵਾਕ ਲਵੋ, ਹੁਕਮਨਾਮਾ ਲਵੋ। ਬ੍ਰਿਧ ਨੇ ਤਬ ਬਾਚੀ ਗੁਰਬਾਨੀ। ਬਾਬਾ ਬੁੱਢਾ ਸਾਹਿਬ ਜੀ ਨੇ ਪੜਿਆ, ਸੋ ਕਹੋ ਟਲ ਗੁਰ ਸੇਵੀਆ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸੰਦੀ, ਨੂਰ ਅਰਸੋਂ ਕੁਰਸੋਂ ਝਟੀਆ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਸੱਜਣ ਸੱਚਾ ਪਾਤਸ਼ਾਹ, ਹੋ ਸਿਰ ਸਾਹਾਂਦਾ। ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਵੇਸਾਹੋ। ਇਹ ਸ਼ਬਦ ਪੜ੍ਹੇ ਨਾ ਭਾਈ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੇ, ਤੇ ਹੁਕਮਨਾਮਾ ਲਿਆ ਹੈ। ਬ੍ਰਿਧ ਨੇ ਤਬ ਬਾਚੀ ਗੁਰਬਾਨੀ। ਗੁਰੂ ਸਾਹਿਬ ਜੀ ਦਾ ਪਵਿੱਤਰ ਮੁਖ ਵਾਕ ਕਿਹੜਾ ਆਇਆ ਹੈ ਅੱਜ? ਹੁਕਮਨਾਮਾ ਕਿਹੜਾ ਦਰਬਾਰ ਸਾਹਿਬ ਚੋਂ ਪ੍ਰਾਪਤ ਹੋਇਆ? ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹਿਆ ਹੈ, ਜਿਸ ਮੈਂ ਹੰਤਾ ਮਮਤਾ ਹਾਨੀ। ਐਸਾ ਸ਼ਬਦ ਪੜ੍ਹਿਆ ਬਾਬਾ ਬੁੱਢਾ ਸਾਹਿਬ ਜੀ ਨੇ ਮੁਖ ਵਾਕ ਲਿਆ, ਜਿਸ ਮੁਖ ਵਾਕ ਦੇ ਵਿੱਚ ਮਹਾਰਾਜ ਜੀ ਨੇ ਹੰਗਤਾ ਤੇ ਮਮਤਾ ਦਾ ਨਾਸ਼ ਕਰਨ ਦਾ ਉਪਦੇਸ਼ ਦਿੱਤਾ ਹੈ। ਕਿਹੜਾ ਮੁਖ ਵਾਕ ਪ੍ਰਾਪਤ ਹੋਇਆ? ਬਾਬਾ ਬੁੱਢਾ ਸਾਹਿਬ ਜੀ ਨੇ ਜੋ ਹੁਕਮਨਾਮਾ ਸਾਹਿਬ ਲਿਆ, ਉਹ ਆ ਹੁਕਮਨਾਮਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ। ਸ਼੍ਰੀ ਮੁਖ ਵਾਕ ਛੰਤ ਤਿਨ ਕੋਲ ਕੁਮਾਈ, ਜਿਨ ਪ੍ਰਭ ਸ਼੍ਰਵਣੀ ਸੁਣਿਆ ਰਾਮ। ਖਾਲਸਾ ਜੀ ਇਹ ਛੰਤ ਪ੍ਰਾਪਤ ਹੋਏ, ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮਨਾਮਾ ਲਿਆ, ਤੇ ਆ ਹੁਕਮਨਾਮਾ ਆਇਆ, ਤਿਨ ਕੋਲ ਘੁਮਾਈ, ਜਿਨ ਪ੍ਰਭ ਸ਼੍ਰਵਣੀ ਸੁਣਿਆ ਰਾਮ। ਜਿਨ੍ਹਾਂ ਨੇ ਉਸ ਰੱਬ ਦੇ ਪਵਿੱਤਰ ਅੰਮ੍ਰਿਤ ਨਾਮ ਨੂੰ ਆਪਣੇ ਕੰਨਾਂ ਨਾਲ ਸੁਣਿਆ, ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਘੋਲੀ ਜਾਵਾਂ, ਉਹਨਾਂ ਤੋਂ ਵਾਰੇ ਜਾਵਾਂ, ਉਹਨਾਂ ਤੋਂ ਆਪਣਾ ਆਪ ਕੁਰਬਾਨ ਕਰ ਦਿਆਂ। ਘੋਲ ਘੁਮਾਈ, ਘੋਲ ਘੁਮਾਈ ਤਿਸ ਮਿੱਤਰ ਵਿਚੋਲੇ। ਘੋਲ ਘੁਮਾਈ ਦਾ ਮਤਲਬ ਹੁੰਦਾ ਵੀ ਘੋਲੀ ਜਾਵਾਂ, ਘੁੰਮੀ ਜਾਵਾਂ, ਭਾਵ ਵਾਰੇ ਵਾਰੇ ਜਾਵਾਂ, ਬਲਿਹਾਰ ਜਾਵਾਂ। ਕਿਹਨਾਂ ਤੋਂ? ਜਿਨ੍ਹਾਂ ਨੇ ਮੇਰੇ ਪ੍ਰਭੂ ਦਾ ਅੰਮ੍ਰਿਤ ਨਾਮ ਆਪਣੇ ਕੰਨਾਂ ਨਾਲ ਸੁਣਿਆ, ਜਿਨ੍ਹਾਂ ਨੇ ਸੁਣਿਆ ਹੈ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੇ ਪਵਿੱਤਰ ਅੰਮ੍ਰਿਤ ਨਾਮ ਸੁਣਿਆ, ਮੈਂ ਉਹਨਾਂ ਤੋਂ ਵਾਰੇ ਜਾਵਾਂ, ਬਲਿਹਾਰੇ ਜਾਵਾਂ। ਸੇ ਸਹਿਜ ਸੋਹੇਲੇ, ਜਿਨ ਹਰ ਹਰ ਰਸਨਾ ਪਣਿਆ ਰਾਮ। ਜਿਨ੍ਹਾਂ ਨੇ ਆਪਣੀ ਰਸਨਾ ਤੋਂ ਹਰ ਹਰ ਭਣਿਆ, ਭਾਵ ਵਾਹਿਗੁਰੂ ਵਾਹਿਗੁਰੂ, ਆਪਣੀ ਰਸਨਾ ਤੋਂ ਇਸ ਪਵਿੱਤਰ ਨਾਮ ਨੂੰ ਭਣਿਆ, ਉਚਾਰਿਆ।
ਜਿਨ੍ਹਾਂ ਨੇ ਇਸ ਨਾਮ ਨੂੰ ਜਪਿਆ, ਮਹਾਰਾਜ ਜੀ ਕਹਿੰਦੇ ਸੇ ਸਹਿਜ ਸੁਹੇਲੇ। ਸਹਿਜ ਕਹਿੰਦੇ ਨੇ ਗਿਆਨ ਦੀ ਅਵਸਥਾ ਨੂੰ। ਉਹ ਗਿਆਨ ਦੀ ਅਵਸਥਾ 'ਚ ਪਹੁੰਚ ਕੇ ਸੁਹੇਲੇ ਸੁਖੀ ਹੋ ਗਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਸੁਖੀ ਹੋ ਗਏ। ਸੁਹੇਲੇ ਦਾ ਮਤਲਬ ਹੁੰਦਾ ਸੁਖੀ। ਜਹ ਜਾਈਐ ਤਹਾਂ ਸੁਹੇਲੇ। ਸੁਹੇਲੇ ਦਾ ਮਤਲਬ ਹੁੰਦਾ ਸੁਖੀ ਹੋਣਾ। ਉਹ ਸੁਹੇਲੇ ਹੋ ਗਏ, ਸੁਖੀ ਹੋ ਗਏ। ਕੌਣ? ਜਿਨ੍ਹਾਂ ਨੇ ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਇਹ ਅੰਮ੍ਰਿਤ ਨਾਮ ਭਣਿਆ। ਇਹ ਨਾਮ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਜਪਿਆ ਹੈ। ਸੇ ਸਹਿਜ ਸੁਹੇਲੇ ਗੁਣੇ ਅਮੋਲੇ ਜਗਤ ਉਧਾਰਣ ਆਏ। ਉਹ ਸਹਿਜ ਵਿੱਚ ਸੁਹੇਲੇ ਸੁਖੀ ਹੋ ਗਏ। ਉਹਨਾਂ ਦੇ ਗੁਣ ਅਮੋਲਕ ਹੋ ਗਏ। ਅਮੋਲਕ ਗੁਣਾਂ ਦੇ ਉਧਾਰਨੀ ਹੋ ਗਏ। ਔਰ ਇਹੋ ਜਿਹੇ ਜਿਹੜੇ ਗੁਰਮੁਖ ਨੇ ਉਹ ਤਾਂ ਖਾਲਸਾ ਜੀ ਸੰਸਾਰ ਵਿੱਚ ਆਉਂਦੇ ਹੀ ਜੀਵਾਂ ਦੇ ਉਧਾਰ ਵਾਸਤੇ ਹਨ। ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਉਹ ਨਾਮ ਜਪਣ ਵਾਲੇ ਗੁਰਮੁਖਾਂ ਦਾ ਆਉਣਾ ਸਫਲ ਹੈ। ਔਰ ਉਹਨਾਂ ਦਾ ਆਉਣ ਦਾ ਪ੍ਰਯੋਜਨ ਹੀ ਇਹ ਹੈ ਕਿ ਉਹ ਜਿੱਥੇ ਆਪ ਤਰੇ ਨੇ ਉੱਥੇ ਹੋਰਨਾਂ ਨੂੰ ਵੀ ਤਾਰਦੇ ਹਨ। ਜਿੱਥੇ ਆਪ ਉਤਰੇ ਨੇ ਉੱਥੇ ਦੂਜਿਆਂ ਨੂੰ ਵੀ ਤਾਰਦੇ ਨੇ। ਤੇ ਉੱਥੇ ਸੰਸਾਰ ਵਿੱਚ ਇਹੋ ਜਿਹੇ ਲੋਕ ਵੀ ਨੇ ਜਿਹੜੇ ਆਪ ਡੁੱਬੇ ਨੇ, ਦੂਜਿਆਂ ਨੂੰ ਵੀ ਡੋਬਦੇ ਨੇ। ਦੋ ਪ੍ਰਕਾਰ ਦੇ ਲੋਕ ਨੇ, ਇੱਕ ਆਪ ਡੁੱਬੇ ਦੂਜਿਆਂ ਨੂੰ ਡੋਬਣ ਵਾਲੇ, ਇੱਕ ਆਪ ਤਰੇ ਤੇ ਦੂਜਿਆਂ ਨੂੰ ਤਾਰਨ ਵਾਲੇ ਨੇ। ਜਿਹੜੇ ਗੁਰਮੁਖ ਨੇ ਨਾ, ਗੁਰਮੁਖ ਨਾਮ ਜਪਣ ਵਾਲੇ, ਗਿਆਨ ਦੇ ਰੰਗ ਵਿੱਚ ਰੰਗੇ ਹੋਏ, ਅਮੋਲਕ ਗੁਣਾਂ ਦੇ ਧਾਰਨੀ, ਖਾਲਸਾ ਜੀ ਉਹ ਗੁਰਮੁਖ ਇਹ ਸੰਸਾਰ ਦੇ ਵਿੱਚ ਜੀਵਾਂ ਦੇ ਉਦਾਹਰਣੇ ਨਿਮਿਤ ਆਉਂਦੇ। ਉਹਨਾਂ ਦਾ ਇਸ ਮਾਤ ਲੋਕ ਦੀ ਧਰਤੀ ਤੇ ਜਨਮ ਹੀ ਜੀਵਾਂ ਦੇ ਉਦਾਹਰਨ ਵਾਸਤੇ ਹੁੰਦਾ ਹੈ। ਪੈ ਬੋਇਤ ਸਾਗਰ ਪ੍ਰਭ ਚਰਣਾ ਕੀਤੇ ਪਾਰ ਲੰਘਾਏ। ਖਾਲਸਾ ਜੀ ਭੈ ਬੋਹਿਤ ਸਾਗਰ ਪ੍ਰਭ ਚਰਣਾ ਕੀਤੇ ਪਾਰ ਲੰਘਾਏ। ਇਹਨੂੰ ਅਨਵੈ ਕਰਕੇ ਅਰਥ ਕਰਾਂਗੇ, ਅਨਵੈ ਰੀਤ ਮੁਤਾਬਕ। ਅਨਵੈ ਕਿਵੇਂ ਹੋਵੇਗਾ? ਭੈ ਸਾਗਰ ਬੋਹਿਤ ਪ੍ਰਭ ਚਰਣਾ, ਇਦਾਂ ਅਨਵੈ ਹੋਵੇਗਾ। ਇਹ ਜਿਹੜਾ ਸੰਸਾਰ ਹੈ ਡਰ ਦਾ ਸਮੁੰਦਰ ਹੈ। ਇਹਦੇ ਚ ਹਰ ਵੇਲੇ ਡਰ ਬਣਿਆ ਹੋਇਆ। ਡਰ ਸੰਸਾਰ ਜਿਹੜਾ ਇਹਦੇ ਚ ਹਰ ਵੇਲੇ ਭੈ ਬਣਿਆ ਹੋਇਆ ਨਾ, ਸਾਨੂੰ ਇਹਨੂੰ ਭੈ ਸਾਗਰ ਕਹਿੰਦੇ ਆ। ਭੈ ਸਾਗਰ ਦਾ ਮਤਲਬ ਜਿੱਥੇ ਹਰ ਵੇਲੇ ਡਰ ਬਣਿਆ ਰਹੇ, ਖਬਰੇ ਕਦੋਂ ਜਹਾਜ਼ ਡੁੱਬ ਜਾਏ, ਪਤਾ ਨਹੀਂ ਕਿਸ ਵੇਲੇ ਕੀ ਹੋ ਜਾਏ। ਜਿੱਥੇ ਹਰ ਵੇਲੇ ਡਰ ਬਣਿਆ ਹੋਇਆ ਉਹਨੂੰ ਕਹਿੰਦੇ ਨੇ ਭੈ ਸਾਗਰ। ਡਰ ਹੀ ਆ ਨਾ। ਨੌਕਰੀ ਕਰਨ ਵਾਲੇ ਨੂੰ ਡਰ ਹੈ ਮੇਰੀ ਨੌਕਰੀ ਨਾ ਚਲੀ ਜਾਏ। ਵਪਾਰ ਕਰਨ ਵਾਲੇ ਨੂੰ ਡਰ ਹੈ ਮੈਨੂੰ ਵਪਾਰ 'ਚ ਘਾਟਾ ਨਾ ਪੈ ਜਾਏ। ਮਾਂ-ਬਾਪ ਨੂੰ ਡਰ ਹੈ ਮੇਰੇ ਬੱਚੇ ਕਿਤੇ ਮੇਰੀ ਆਗਿਆ ਤੋਂ ਬਾਹਰ ਨਾ ਚਲੇ ਜਾਣ, ਗਲਤ ਸੰਗਤ 'ਚ ਨਾ ਪੈ ਜਾਣ। ਹਰ ਇੱਕ ਨੂੰ ਕੋਈ ਨਾ ਕੋਈ ਡਰ ਹੈ ਨਾ। ਇਹ ਸੰਸਾਰ ਹੈ ਹੀ ਡਰ ਦਾ ਸਮੁੰਦਰ, ਭੈ ਸਾਗਰ ਹੈ। ਇਸ ਭੈ ਸਾਗਰ ਤੋਂ ਤਰਨ ਵਾਸਤੇ ਮਹਾਰਾਜ ਜੀ ਦੇ ਜਿਹੜੇ ਚਰਨ ਨੇ ਨਾ, ਪ੍ਰਭੂ ਦੇ ਚਰਨ, ਉਹ ਜਹਾਜ਼ ਵਾਂਗੂ ਨੇ। ਬੋਹਿਤ ਪ੍ਰਭ ਚਰਣਾ, ਬੋਹਿਤ ਕਹਿੰਦੇ ਨੇ ਜਹਾਜ਼ ਨੂੰ। ਮਹਾਰਾਜ ਜੀ ਦੇ ਪ੍ਰਭੂ ਦੇ ਜਿਹੜੇ ਚਰਨ ਨੇ ਉਹ ਜਹਾਜ਼ ਵਾਂਗਰ ਨੇ। ਔਰ ਜਿਹੜੇ ਇਸ ਜਹਾਜ਼ ਤੇ ਸਵਾਰ ਹੋ ਜਾਂਦੇ ਨੇ, ਪਤਾ ਨਹੀਂ ਕੀਤੇ ਪਾਰ ਲੰਘਾਏ। ਪਤਾ ਨਹੀਂ ਗਿਣਤੀ ਕੋਈ ਨਹੀਂ ਕਿ ਮਹਾਰਾਜ ਜੀ ਦੇ ਇਹਨਾਂ ਚਰਨਾਂ ਰੂਪੀ ਜਹਾਜ਼ ਤੇ ਸਵਾਰ ਹੋਏ ਜਿਹੜੇ ਜਿਹੜੇ ਗੁਰਮੁਖ, ਕਿੰਨਿਆਂ ਕੁ ਨੂੰ ਮਹਾਰਾਜ ਜੀ ਨੇ ਇਸ ਭਾਵ ਸਾਗਰ ਤੋਂ ਪਾਰ ਉਤਾਰ ਦਿੱਤਾ ਹੈ। ਗਿਣਤੀ ਕੋਈ ਨਹੀਂ। ਕੀਤੇ ਦਾ ਮਤਲਬ ਹੁੰਦਾ ਕਿਤਨੇ ਹੀ। ਪਾਰ ਲੰਘਾ ਦਿੱਤੇ ਮਹਾਰਾਜ ਜੀ ਨੇ, ਪੂਰਾ ਦੇ ਪੂਰ ਪਾਰ ਲੰਘਾ ਦਿੱਤੇ ਹਨ। ਪੂਰਾ ਦੇ ਪੂਰੇ ਸੰਸਾਰ ਤੋਂ ਮਹਾਰਾਜ ਜੀ ਨੇ ਤਾਰ ਦਿੱਤੇ ਹਨ। ਗਿਣਤੀ ਮਿਣਤੀ ਕੋਈ ਨਹੀਂ। ਤਾਰੇ ਗਿਨੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ। ਆਕਾਸ਼ ਦੇ ਤਾਰੇ ਗਿਣੇ ਜਾ ਸਕਦੇ ਨੇ, ਜਿੰਨੇ ਤੁਸੀਂ ਤਾਰ ਦਿੱਤੇ ਨੇ ਮੇਰੇ ਦਾਤਾ ਜੀ ਉਹ ਨਹੀਂ ਗਿਣੇ ਜਾ ਸਕਦੇ। ਜਿੰਨੇ ਤੁਸੀਂ ਤਾਰ ਦਿੱਤੇ ਉਹਨਾਂ ਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਜਿਨ ਕੋ ਕਿਰਪਾ ਕਰੀ ਮੇਰੇ ਠਾਕਰ, ਤਿਨ ਕਾ ਲੇਖਾ
ਨਾ ਗਣਿਆ। ਏ ਮੇਰੇ ਠਾਕੁਰ ਜੀ, ਜਿਨ੍ਹਾਂ ਤੇ ਤੁਸੀਂ ਆਪਣੀ ਕਿਰਪਾ ਕਰ ਦਿੱਤੀ, ਜਿਨ੍ਹਾਂ ਤੇ ਤੁਸੀਂ ਆਪਣਾ ਤਰਸ ਕਰ ਦਿੱਤਾ, ਤਿਨ ਕਾ ਲੇਖਾ ਨਾ ਗਣਿਆ। ਉਹਨਾਂ ਦਾ ਲੇਖਾ ਗਿਣਿਆ ਮਿਣਿਆ ਨਹੀਂ ਜਾਂਦਾ, ਉਹਨਾਂ ਦਾ ਹਿਸਾਬ ਕਿਤਾਬ ਨਹੀਂ ਹੁੰਦਾ, ਉਹਨਾਂ ਦੇ ਲੇਖੇ ਦੇ ਕਾਗਜ਼ ਪਾੜ ਦਿੱਤੇ ਜਾਂਦੇ ਆ ਧਰਮ ਰਾਜੇ ਵੱਲੋਂ। ਹੇ ਪ੍ਰਭੂ, ਜਿਨ੍ਹਾਂ ਤੇ ਤੇਰੀ ਕਿਰਪਾ ਹੈ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਹਨਾਂ ਦੇ ਲੇਖੇ ਦੇ ਕਾਗਜ਼ ਹੀ ਪਾੜ ਦਿੰਦਾ ਧਰਮ ਰਾਜਾ, ਉਹਨਾਂ ਦਾ ਕੋਈ ਲੇਖਾ ਜੋਖਾ ਨਹੀਂ ਹੁੰਦਾ। ਹੇ ਦਾਤਾ ਜੀ, ਜਿਨ੍ਹਾਂ ਤੇ ਤੁਹਾਡੀ ਕਰੁਣਾ, ਤੁਹਾਡੀ ਕਿਰਪਾ ਦੀ ਮੋਹਰ ਲੱਗ ਜਾਵੇ। ਕਹੋ ਨਾਨਕ ਤਿਸ ਕੋਲ ਕੁਮਾਈ, ਜਿਨ ਪ੍ਰਭ ਸ਼੍ਰਵਣੀ ਸੁਣਿਆ। ਇੱਥੇ ਕੇਵਲ ਇੱਕੋ ਛੰਤ ਭਾਈ ਸਾਹਿਬ ਨੇ ਲਿਖਿਆ, ਵੈਸੇ 4 ਛੰਤ ਨੇ, ਸ਼ਬਦ ਦੇ 4 ਬੰਦ ਨੇ, ਪਰ ਭਾਈ ਸਾਹਿਬ ਨੇ ਇੱਕੋ ਬੰਦ ਲਿਖ ਕੇ ਸਮਾਪਤੀ ਕਰ ਦਿੱਤੀ ਹੈ। ਮੈਂ ਉਹਨਾਂ ਤੋਂ ਘੋਲ ਘੁਮਾਈ, ਵਾਰੇ ਵਾਰੇ ਜਾਵਾਂ, ਘੋਲੀ ਜਾਵਾਂ, ਘੁੰਮਾ ਜਾਵਾਂ। ਹੇ ਪ੍ਰਭੂ, ਜਿਨ੍ਹਾਂ ਨੇ ਤੇਰੇ ਪਵਿੱਤਰ ਅੰਮ੍ਰਿਤ ਨਾਮ ਨੂੰ ਸੁਣਿਆ ਹੈ। ਚੌਪਈ ਪਰਮੇਸ਼ਰ ਕੋ ਸੁਜਸ ਮਹਾਨਾ। ਇਹ ਤਾਂ ਪਾਰ ਬ੍ਰਹਮ ਪਰਮੇਸ਼ਰ ਦਾ ਜੋ ਮਹਾਨ ਸੁਜਸ ਹੈ। ਕੈ ਸੰਤਨ ਕੋ ਕੀਨ ਬਖਾਨਾ। ਜਾਂ ਫਿਰ ਸਤਿਪੁਰਖਾਂ ਦਾ, ਮਹਾਂਪੁਰਸ਼ਾਂ ਦਾ ਜਿਹੜਾ ਨਾਮ ਹੈ, ਮਹਿਮਾ ਹੈ, ਉਹ ਇਸ ਸ਼ਬਦ ਵਿੱਚ ਗਾਈ ਹੈ। ਅਦਿਕ ਨਮਰਤਾਤ ਜਿਨ ਹੰਕਾਰ। ਇਹੋ ਜੇ ਮਹਾਂਪੁਰਸ਼ ਮਹਾਤਮਾ ਜਿਨ੍ਹਾਂ ਅੰਦਰ ਅਦਕ ਦੀ ਨਿਮਰਤਾ ਹੈ ਤੇ ਜਿਨ੍ਹਾਂ ਨੇ ਹੰਕਾਰ ਤਿਆਗ ਦਿੱਤਾ ਹੈ। ਸਤ ਨਾਮ ਸਿਮਰਨ ਸੁਖ ਸਾਰ। ਔਰ ਪਰਮੇਸ਼ਰ ਦੇ ਸੱਚੇ ਨਾਮ ਨੂੰ ਸਿਮਰਿਆ ਹੈ, ਜੋ ਸਾਰੇ ਸੁੱਖਾਂ ਦਾ ਸਾਰ ਹੈ। ਕਾਮ ਕ੍ਰੋਧ ਆਦਿਕ ਕੋ ਤਿਆਗਨ। ਆਪਣੇ ਹਿਰਦੇ ਚੋਂ ਕਾਮ ਕ੍ਰੋਧ ਆਦਿਕ ਵਿਕਾਰ ਤਿਆਗ ਦਿੱਤੇ ਹਨ। ਸ਼੍ਰੀ ਭਗਵੰਤ ਭਗਤ ਕੋ ਲਾਗਨ। ਜਿਹੜੇ ਸ਼੍ਰੀ ਭਗਵੰਤ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਵਿੱਚ ਲੱਗੇ ਹਨ। ਬਹੁ ਬੈਰਾਗ ਜਗਤ ਤੇ ਕਰਬੋ। ਜਿਨ੍ਹਾਂ ਨੇ ਸੰਸਾਰ ਤੋਂ ਆਪਣੇ ਮਨ ਵਿੱਚ ਪੱਕਾ ਵੈਰਾਗ ਧਾਰਨ ਕੀਤਾ ਹੋਇਆ ਹੈ। ਸੰਤਨ ਸੇਵਨ ਸ਼ਰਧਾ ਤਰਬੋ। ਜਿਹੜੇ ਹਰ ਵੇਲੇ ਸਤਿਪੁਰਸ਼ਾਂ ਦੀ ਸੇਵਾ ਵਿੱਚ ਲੱਗੇ ਹੋਏ ਸ਼ਰਧਾ ਧਾਰਨ ਕਰਦੇ ਨੇ। ਜਿਸ ਤੇ ਉਦਰੇ ਜੀਵਨ ਜਾਲ। ਇਹ ਕਰਨ ਨਾਲ ਪਤਾ ਨਹੀਂ ਕਿੰਨੇ ਕੁ ਜੀਵਾਂ ਦੇ ਸਮੂਹ ਤਰ ਗਏ ਹਨ, ਉਧਰ ਗਏ ਹਨ। ਅਸ ਜਹਾਜ ਕੀ ਨਸ ਕਲੀ ਕਾਲ। ਇਹੋ ਜਿਹਾ ਜਹਾਜ਼ ਕਲੀ ਕਾਲ ਵਿੱਚ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਤਿਆਰ ਕੀਤਾ ਹੈ। ਸੁਨ ਮੋਹਨ ਦਾਤੂ ਤਬ ਸ਼੍ਰੋਨ। ਬਾਬਾ ਮੋਹਨ ਜੀ ਔਰ ਬਾਬਾ ਦਾਤੂ ਜੀ ਨੇ ਪਾਵਨ ਜਸ ਸੁਣਿਆ ਹੈ। ਪਰੇ ਹਰਕ ਕੁਛ ਠਾਨੀ ਮੋਨ। ਮਨ ਖੁਸ਼ੀ ਨਾਲ ਭਰ ਗਿਆ ਤੇ ਚੁੱਪ ਕਰਕੇ ਬੈਠੇ ਸੁਣ ਰਹੇ ਨੇ। ਬਹੁਰ ਸਰਾਹਨ ਲਗੇ ਵਿਸਾਲਾ। ਸਲਾਘਾ ਕਰਨ ਲੱਗੇ ਬਾਬਾ ਮੋਹਨ ਜੀ, ਮੋਹਰੀ ਜੀ, ਬਾਬਾ ਦਾਤੂ ਜੀ ਹੋਣੀ। ਸੋਡੀ ਪੰਥ ਸੁਕੀਨ ਉਜਾਲਾ। ਕਹਿੰਦੇ ਹੈ ਗੁਰੂ ਪੰਚਮ ਪਾਤਸ਼ਾਹ ਆਪ ਜੀ ਨੇ ਸੋਢੀਆਂ ਦੇ ਬੰਸ ਨੂੰ ਹੋਰ 4 ਚੰਨ ਲਾ ਦਿੱਤੇ ਨੇ। ਆਪ ਜੀ ਨੇ ਸੋਢੀਆਂ ਦੇ ਬੰਸ ਨੂੰ 4 ਚੰਨ ਲਾ ਕੇ ਉਜਾਗਰ ਕਰ ਦਿੱਤਾ ਹੈ। ਦੋਨੋਂ ਕਰੇ ਮਹਾ ਉਪਕਾਰੇ। ਆਪ ਜੀ ਨੇ 2 ਮਹਾਨ ਪਰਉਪਕਾਰ, 2 ਪਰਉਪਕਾਰ ਕੀਤੇ, ਦੋਵੇਂ ਹੀ ਬੜੇ ਮਹਾਨ ਹਨ। ਜਿਸ ਤੇ ਕਲ ਮੈਂ ਮੰਦ ਉਧਾਰੇ। ਕਲਯੁਗ ਦੇ ਮੰਦ ਬੁੱਧੀ ਜੀਵ ਤਰਨਗੇ। ਤਨ ਬੈਠਬੋ ਗੁਰ ਦਾ ਗਾਦੀ। ਧਨ ਹੈ ਆਪ ਜੀ ਦਾ ਗੁਰਤਾ ਗੱਦੀ ਤੇ ਬੈਠਣਾ। ਜਿਸ ਤੇ ਹੋਏ ਅਨਕ ਐਲਾਦੀ। ਜਿਹਦੇ ਨਾਲ ਸਾਰਿਆਂ ਦੇ ਹਿਰਦੇ ਵਿੱਚ ਅਦਕ ਅਹਿਲਾਦ ਤੇ ਆਨੰਦ ਬਣਿਆ ਹੋਇਆ ਹੈ। ਸਰਬ ਗੁਰਨ ਕੋ ਸੁਜਸ ਪ੍ਰਕਾਸ਼ਾ। ਸਾਰੇ ਗੁਰੂ ਸਹਿਬਾਨਾਂ ਦਾ ਭਾਰੀ ਸੁਜਸ ਹੈ ਪੰਚਮ ਪਾਤਸ਼ਾਹ ਆਪ ਜੀ ਨੇ ਹੋਰ ਪ੍ਰਗਟ ਕੀਤਾ ਹੈ। ਵਿਸਥਾਰਿਓ ਸਭ ਮੈਂ ਚੌ ਪਾਸਾ। ਚਾਰੇ ਪਾਸੇ ਆਪ ਜੀ ਨੇ ਗੁਰੂ ਘਰ ਦੀ ਮਹਿਮਾ ਦਾ ਵਿਸਥਾਰ ਕੀਤਾ ਹੈ। ਗੁਰਬਾਣੀ ਇਕੱਠੀ ਦਰਸਾਵੇ। ਮਹਾਰਾਜ ਜੀ ਦੀ ਇਹ ਪਵਿੱਤਰ ਗੁਰਬਾਣੀ ਨੂੰ, ਵੱਡਿਆਂ ਸਤਿਗੁਰਾਂ ਦੀ ਬਾਣੀ ਨੂੰ, ਭਗਤਾਂ ਦੀ ਬਾਣੀ ਨੂੰ, ਭੱਟਾਂ ਦੀ ਬਾਣੀ ਨੂੰ, ਸਿੱਖਾਂ ਦੀ ਬਾਣੀ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਦਿੱਤਾ ਤੇ ਸਾਰਿਆਂ ਨੂੰ ਇਕੱਠੇ ਮਹਾਰਾਜ ਜੀ ਦੇ ਦਰਸ਼ਨ ਹੋ ਰਹੇ ਨੇ। ਪੜੇ ਲਿਖੇ ਸਿੱਖ ਸੁਨੇ ਸੁਣਾਵੇ। ਇਸ ਪਵਿੱਤਰ ਬਾਣੀ ਨੂੰ ਗੁਰਸਿੱਖ ਪੜਨਗੇ, ਲਿਖਣਗੇ, ਸੁਣਨਗੇ, ਸੁਣਾਉਣਗੇ। ਅਵਨੀ ਮੰਡਲ
ਗਿਰ ਲਗ ਸਾਗਰ ਜਿੰਨੀ ਧਰਤੀ ਆ ਪਹਾੜਾਂ ਸਮੁੰਦਰਾਂ ਤੱਕ ਜਿੰਨੀ ਵੀ ਲੁਕਾਈ ਹੈ, ਪੁਰ ਪੁਰ ਕਰ ਕਰ ਹੋਏ ਉਜਾਗਰ ਪੁਰ ਨਗਰ ਨਗਰ ਘਰ ਘਰ ਵਿੱਚ ਇਹ ਗੁਰਬਾਣੀ ਉਜਾਗਰ ਹੋਵੇਗੀ, ਘਰ ਘਰ ਵਿੱਚ ਇਸ ਗੁਰਬਾਣੀ ਦੀ ਰੌਸ਼ਨੀ ਦਾ ਚਾਨਣਾ ਹੋਵੇਗਾ। ਹਰ ਮੰਦਰ ਤੀਰਥ ਗੁਰ ਕੇਰੋ ਦੂਜਾ ਪਰਉਪਕਾਰ ਆਪ ਜੀ ਨੇ ਸ੍ਰੀ ਹਰਮੰਦਰ ਸਾਹਿਬ ਬਣਾ ਕੇ ਕੀਤਾ ਹੈ। ਇਨ ਪ੍ਰਤਾਪ ਨਿਤ ਵਧੇ ਵਧੇਰੋ ਇਸ ਪਵਿੱਤਰ ਪਾਵਨ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਤਾਪ ਵੀ ਦਿਨ ਪ੍ਰਤੀ ਦਿਨ ਵਧੇਗਾ। ਆਪਣੇ ਵੇਖਦੇ ਕਿੰਨਾ ਪ੍ਰਤਾਪ ਮਹਾਰਾਜ ਜੀ ਦੇ ਦਰਬਾਰ ਦਾ ਵਧਿਆ। ਅੱਜ ਤੋਂ 20 ਸਾਲ ਪਹਿਲਾਂ ਵੇਖੀਏ, ਪਿੱਛੇ ਹਰਮੰਦਰ ਸਾਹਿਬ ਚ ਉਨੀ ਸੰਗਤ ਨਹੀਂ ਸੀ। ਅੱਜ ਵੇਖੀਏ, ਅੱਜ ਉਸ ਟਾਈਮ ਤੋਂ ਲੈ ਕੇ ਕਈ ਗੁਣਾ ਅਧਿਕ ਸੰਗਤ ਹੈ। ਮਹਾਰਾਜ ਜੀ ਦੇ ਦਰਬਾਰ ਦੀ ਮਹਿਮਾ ਵਧ ਹੀ ਰਹੀ ਹੈ ਨਾ, ਔਰ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਕਿਉਂ ਦਿਸ਼ ਕੇ ਨਰ ਸ਼ਰਦਾ ਧਰ ਚਾਰਾਂ ਧਰ ਦਿਸ਼ਾਵਾਂ ਦੇ ਲੋਕ ਸ਼ਰਧਾ ਧਾਰਨ ਕਰ ਕਰਕੇ ਨਿਰਮਲ ਹੋਏ ਸੋ ਮੱਜਨ ਕਰ ਉਹ ਆ ਕੇ ਕਰ ਇੱਥੇ ਇਸ਼ਨਾਨ ਕਰਦੇ ਹਨ, ਨਾਲੇ ਪਵਿੱਤਰ ਹੁੰਦੇ ਹਨ। ਸ਼੍ਰੀ ਅਰਜਨ ਪੁਨ ਭਨਿਓ ਸੁਨਾਇਓ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ, ਕਹਿਣ ਲੱਗੇ, ਕਿਰਪਾ ਤੁਮਾਰੀ ਤੇ ਬਨ ਮਹਾਰਾਜ ਜੀ ਆਇਓ ਕਹਿੰਦੇ, ਬਾਬਾ ਮੋਹਨ ਜੀ ਆਪ ਜੀ ਜੈਸੇ ਗੁਰਮੁਖਾਂ ਦੀ ਦਇਆ ਨਾਲ ਇਹ ਸਾਰੇ ਕਾਰਜ ਹੋ ਸਕੇ ਹਨ। ਭਈ ਇਕੱਤਰ ਸਕਲ ਗੁਰਬਾਣੀ ਇਹ ਸਾਰੀ ਗੁਰਬਾਣੀ ਇੱਕ ਜਗ੍ਹਾ ਤੇ ਇਕੱਠੀ ਹੋ ਸਕੀ। ਐਡਾ ਵੱਡਾ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨਾ ਕੋਈ ਛੋਟਾ ਕਾਰਿਆ ਨਹੀਂ ਸੀ, ਬੜਾ ਵੱਡਾ ਕਾਰਜ ਸੀ। ਕਹਿੰਦੇ ਪ੍ਰਭੂ ਦੀ ਕਿਰਪਾ ਨਾਲ, ਦਇਆ ਨਾਲ ਹੀ ਇਹ ਕਾਰਜ ਸੰਪੰਨ ਹੋ ਸਕਿਆ। ਸਿਰ ਜਿਉ ਤੀਰਥ ਕਲ ਮਲ ਹਾਨੀ ਪੂਰੇ ਮਹਾਨ ਤੀਰਥ ਸਿਰਜਿਆ ਗਿਆ, ਜਿਹਦੇ ਨਾਲ ਕਲਯੁਗ ਦੇ ਜੀਵਾਂ ਦੇ ਪਾਪ ਨਸ਼ਟ ਭ੍ਰਸ਼ਟ ਹੋਣਗੇ। ਗੁਰ ਸਿੱਖਨ ਕੋ ਭਇਓ ਆਧਾਰਾ ਇਹ ਗੁਰਸਿੱਖਾਂ ਦਾ ਆਧਾਰ ਬਣ ਗਿਆ ਹੈ। ਹੋਏ ਭਵਿੱਖਤ ਵਿਖੇ ਅਪਾਰਾ ਆਉਣ ਵਾਲੇ ਸਮੇਂ ਵਿੱਚ ਵੀ ਇਹ ਤੀਰਥ ਮਹਾਨ ਉਜਾਗਰ ਹੋਵੇਗਾ। ਮਿਟੇ ਨ ਸਿੱਖੀ ਇਨੋ ਅਲੰਭ ਜਿਹੜੇ ਇਸ ਪਾਵਨ ਦਰਬਾਰ ਤੇ ਗੁਰਬਾਣੀ ਦੇ ਅਲੰਭ ਆਸਰੇ ਨਾਲ ਰਹਿਣਗੇ, ਉਹ ਸਿੱਖੀ ਕਦੇ ਨਹੀਂ ਮਿਟੇਗੀ, ਨਹੀਂ ਖਤਮ ਹੋਵੇਗੀ। ਗੁਰ ਕੋ ਮਾਨੇ ਸਦਾ ਕਦੰਬ ਔਰ ਜਿਹੜੇ ਗੁਰਮੁਖ ਹਰ ਵੇਲੇ ਗੁਰੂ ਦਾ ਆਸਰਾ ਮੰਗਣਗੇ, ਗੁਰੂ ਦਾ ਆਸਰਾ ਗ੍ਰਹਿਣ ਕਰਨਗੇ, ਉਹ ਕਦੇ ਵੀ ਸਮਾਪਤ ਨਹੀਂ ਹੋਣਗੇ। ਜੋ ਨਰ ਹਿਤ ਧਰ ਸੁਨੇ ਸੁਨਾਵੇ ਜਿਹੜੇ ਨਰ ਹਿੱਤ ਧਰ ਕੇ ਗੁਰਬਾਣੀ ਨੂੰ ਸੁਣਨਗੇ ਜਾਂ ਸੁਣਾਉਣਗੇ, ਜਨਮ ਮਰਨ ਤਿਨ ਕੋ ਛੁੱਟ ਜਾਵੇ ਉਹਨਾਂ ਦਾ ਜਨਮ ਮਰਨ ਛੁੱਟ ਜਾਵੇਗਾ, ਉਹ ਜਨਮ ਮਰਨ ਤੋਂ ਮੁਕਤ ਹੋ ਜਾਣਗੇ। ਮਹਾ ਮਹਾਤਮ ਹੈ ਗੁਰਬਾਣੀ ਇਸ ਪਵਿੱਤਰ ਗੁਰਬਾਣੀ ਦਾ ਮਹਾਨ ਮਹਾਤਮ ਹੈ। ਤਜੇ ਕਸ਼ਟ ਕੋ ਲਾਖੋਂ ਪ੍ਰਾਨੀ ਲੱਖਾਂ ਪ੍ਰਾਣੀ ਇਸ ਬਾਣੀ ਦੇ ਆਸਰੇ ਲੱਗ ਕੇ ਆਪਣੇ ਕਸ਼ਟਾਂ ਤੋਂ ਮੁਕਤ ਹੋਣਗੇ। ਸੁਨ ਗੁਰਮੁਖ ਤੇ ਹਰਖੇ ਸਾਰੇ ਸਤਿਗੁਰਾਂ ਦੇ ਮੁਖੋਂ ਗੁਰਬਾਣੀ, ਗੁਰੂ ਦਰਬਾਰ ਦੀ ਮਹਿਮਾ ਸਭ ਨੇ ਸੁਣੀ ਤੇ ਸੁਣ ਕੇ ਪ੍ਰਸੰਨ ਹੋਏ। ਕਰੇ ਸਰਾਨ ਸੁਜਸ ਉਚਾਰੇ ਸਭ ਨੇ ਮਹਾਰਾਜ ਜੀ ਦੀ ਸ਼ਲਾਘਾ ਕੀਤੀ, ਗੁਰਦੇਵ ਦੀ ਵਡਿਆਈ ਕੀਤੀ। ਜਾਮ ਦਿਵਸ ਤੈ ਬੈਠੇ ਆਇਓ ਇੱਕ ਪੈਰ ਤੱਕ ਮਹਾਰਾਜ ਜੀ ਇੱਥੇ ਬੈਠੇ ਰਹੇ। ਪੁਨ ਸਭ ਇਨ ਤੈ ਸੀਸ ਨਿਵਾਇਓ ਫਿਰ ਸਾਰਿਆਂ ਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵੰਦਨਾ ਕੀਤੀ। ਉਠ ਗਮਨੇ ਪਰ ਦਛਨਾ ਤਾਰੇ ਔਰ ਉੱਠ ਕੇ ਚੱਲੇ ਤੇ ਪਰਕਰਮਾ ਕੀਤੀ ਆ ਸ੍ਰੀ ਦਰਬਾਰ ਸਾਹਿਬ ਜੀ ਦੀ। ਨੇ ਸੰਗ ਆਪਨੇ ਸਾਰੇ ਸਾਰੀ ਸੰਗਤ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਨਾਲ ਲਿਆ ਹੈ। ਬੋਰੋ ਵੈਰ ਪ੍ਰਕਰਮਾ ਫਿਰੇ ਬਾਹਰਲੀ ਜਿਹੜੀ ਵੱਡੀ ਪਰਕਰਮਾ ਹੈ ਸਰੋਵਰ ਦੀ, ਉਹ ਪਰਕਰਮਾ ਮਹਾਰਾਜ ਜੀ ਨੇ ਕੀਤੀ ਹੈ। ਔਰ ਦਰਸ਼ਨੀ ਬੰਧਨ ਕਰੇ ਦਰਸ਼ਨੀ ਡਿਉੜੀ ਤੇ ਆਣ ਕੇ ਬੰਦਨਾ ਕੀਤੀ ਆ, ਮੱਥਾ ਟੇਕਿਆ ਹੈ। ਤੈ ਤੇ ਚੱਲ ਨਿਜ ਘਰ ਕੋ ਆਏ ਉੱਥੋਂ ਚੱਲ ਕੇ ਆਪਣੇ ਮਹਿਲਾਂ ਵਿੱਚ ਆਏ ਨੇ ਸਤਿਗੁਰੂ ਜੀ। ਮੋਹਨ ਆਦ ਸੰਗ ਸਮੁਦਾਏ ਬਾਬਾ ਮੋਹਨ ਜੀ ਆਦਿਕ ਜਿੰਨੇ ਵੀ ਸਿੱਖ ਨੇ ਮਹਾਰਾਜ ਜੀ ਦੇ ਨਾਲ ਹਨ। ਥਾਨ ਬੈਠ ਬੇ ਕੋ ਤੈ ਔਰ ਗਏ ਜਿੱਥੇ ਬੈਠਣ ਦਾ ਸਥਾਨ ਸੀ ਉੱਥੇ ਸਾਰੇ ਚੱਲ ਕੇ ਗਏ ਹਨ। ਸਰਬ ਜਥੋ ਚਿਤ ਥਲ ਥਿਰ ਪਏ ਸਭ ਜਥਾ ਉਚਿਤ ਆਪੋ ਆਪਣੀ ਜਗ੍ਹਾ ਤੇ ਬੈਠੇ ਹਨ।
ਸਨ। ਉਹ ਸਵਾਦਨ ਜੁਤ ਬਨਿਓ ਆਹਾਰਾ। ਇਹਨੇ ਨੂੰ ਭੋਜਨ ਤਿਆਰ ਹੋ ਗਿਆ, ਲੰਗਰ ਪ੍ਰਸ਼ਾਦਾ ਤਿਆਰ ਹੋ ਕੇ ਆ ਗਿਆ। ਧਰ ਧਰ ਥਾਰ ਸਬਨ ਕੋ ਖੁਆਰਾ। ਸਾਰਿਆਂ ਅੱਗੇ ਥਾਲ ਪਰੋਸ ਕੇ ਲੰਗਰ ਪ੍ਰਸ਼ਾਦਾ ਸਭ ਨੂੰ ਛਕਾਇਆ ਹੈ। ਕ੍ਰਿਸ਼ਨ ਚੰਦ ਆਦਿਕ ਤ੍ਰਿਪਤਾਏ। ਬਾਬਾ ਕ੍ਰਿਸ਼ਨ ਚੰਦ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਨਾ ਜੀ ਹਨ, ਉਹ ਵੀ ਤ੍ਰਿਪਤ ਹੋਏ ਨਾਲ ਬੈਠੇ ਨੇ। ਮਹਾਦੇਵ ਪੁਨ ਚੱਲ ਕਰ ਆਏ। ਇਹਨੇ ਨੂੰ ਬਾਬਾ ਮਹਾਦੇਵ ਜੀ ਚੱਲ ਕੇ ਆ ਗਏ, ਪੰਜਵੇਂ ਪਾਤਸ਼ਾਹ ਦੇ ਵੱਡੇ ਭਰਾਤਾ। ਮਿਲ ਬੈਠੇ ਸਗਰੇ ਇੱਕ ਥਾਨਾ। ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ ਸਾਰੇ ਇੱਕ ਜਗ੍ਹਾ ਤੇ ਬੈਠ ਕੇ ਇਕੱਠੇ ਹੋ ਕੇ ਬਚਨ ਬਿਲਾਸ ਹੋਣ ਲੱਗੇ। ਕਰੇ ਪਰਸ ਪਰ ਬਾਕ ਬਖਾਨਾ। ਆਪਸ ਵਿੱਚ ਗੱਲਾਂ ਬਾਤਾਂ ਚੱਲ ਪਈਆਂ, ਬਚਨ ਬਿਲਾਸ ਵਿਚਾਰ ਵਟਾਂਦਰੇ ਹੋਣ ਲੱਗੇ। ਪ੍ਰਿਥੀਏ ਕਹਾਂ ਕਰਿਓ ਨੇ ਆਇਓ। ਇਹਨੇ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਪ੍ਰਿਥੀ ਚੰਦ ਨਹੀਂ ਆਇਆ, ਵਿਆਹ ਦੇ ਵਿੱਚ ਉਹ ਨਹੀਂ ਦਿਸਦਾ, ਵੱਡਾ ਭਰਾ ਆ ਮਹਾਰਾਜ ਆਪ ਜੀ ਦਾ। ਗੱਲਾਂ ਗੱਲਾਂ ਵਿੱਚੋਂ ਹੀ ਗੱਲ ਚੱਲ ਪਈ ਵੀ ਪ੍ਰਿਥੀ ਚੰਦ ਕਿਉਂ ਨਹੀਂ ਆਇਆ, ਕਿਉਂ ਦੁੱਖ ਪਾਏ ਵਿਰੋਧ ਉਠਾਇਓ। ਉਹ ਕਿਉਂ ਦੁਖੀ ਹੋਇਆ ਫਿਰਦਾ, ਉਹ ਕਿਉਂ ਗੁਰੂ ਘਰ ਦਾ ਵਿਰੋਧੀ ਬਣਿਆ ਫਿਰਦਾ। ਸ੍ਰੀ ਗੁਰੂ ਰਾਮਦਾਸ ਕੇ ਹੱਥ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਹੱਥ ਵਿੱਚ ਦੇ ਗੁਰਤਾ ਕੋ ਕਰਿਓ ਸਨਾਤ। ਉਹਨਾਂ ਦੇ ਹੱਥ ਵਿੱਚ ਸੀ ਗੁਰਤਾ, ਉਹਨਾਂ ਨੇ ਆਪ ਜੀ ਨੂੰ ਗੁਰਿਆਈ ਦਿੱਤੀ ਤੇ ਤੁਹਾਨੂੰ ਗੁਰਤਾ ਗੱਦੀ ਦੇ ਰੱਥ ਤੇ ਬਿਠਾਇਆ। ਅਪਰ ਜਤਨ ਤੇ ਕਿਉਂ ਨਾ ਪਾਵੇ। ਤੇ ਜਿਨ੍ਹਾਂ ਨੂੰ ਖੁਦ ਗੁਰੂ ਰਾਮਦਾਸ ਜੀ ਨੇ ਗੁਰਿਆਈ ਦੇ ਦਿੱਤੀ, ਇਸ ਗੱਲ ਦਾ ਵਿਰੋਧ ਤਾਂ ਪ੍ਰਿਥੀ ਚੰਦ ਨੂੰ ਨਹੀਂ ਸੀ ਕਰਨਾ ਚਾਹੀਦਾ। ਉਹ ਕਿਉਂ ਆਪਣੇ ਮਨ 'ਚ ਦਵੈਸ਼ ਤੇ ਈਰਖਾ ਪਾਲੀ ਬੈਠਾ ਹੈ। ਅਬ ਲਗ ਪੜ ਕਪਟ ਕਮਾਵੇ। ਹਾਲੇ ਤੱਕ ਨਾਲੇ ਵੱਡਾ ਭਰਾ ਆ, ਵੱਡਾ ਭਰਾ ਪਿਓ ਬਰਾਬਰ ਹੁੰਦਾ ਤੇ ਉਹ ਤੁਹਾਡੇ ਨਾਲ ਹੀ ਕਪਟ ਤੇ ਛਲ ਕਮਾ ਰਿਹਾ ਹੈ। ਅਬ ਕੇ ਵਿਚਰਿਓ ਮਿਲੇ ਨਾ ਕੈਸੇ। ਪ੍ਰਿਥੀ ਚੰਦ ਦੀਆਂ ਕਰਤੂਤਾਂ ਦਾ ਸਾਰਿਆਂ ਨੂੰ ਪਤਾ ਸੀ, ਕਹਿੰਦੇ ਹੁਣ ਦਾ ਵਿਛੜਿਆ ਕਦੇ ਨਹੀਂ ਮਿਲੇਗਾ। ਆਗੇ ਸੰਤਤ ਰਹਿ ਤੈਸੇ। ਉਹਦੀ ਸੰਤਾਨ ਵੀ ਅੱਗੇ ਗੁਰੂ ਘਰ ਤੋਂ ਵਿਛੜੀ ਰਹੇਗੀ। ਜਿਹੜਾ ਹੁਣ ਆ ਜਾਂਦਾ, ਸ਼ਾਦੀ ਦਾ ਸਮਾਂ ਸੀ, ਹੁਣ ਦਾ ਮਿਲਿਆ ਰਹਿਣਾ ਸੀ, ਜੇ ਹੁਣ ਨਹੀਂ ਮਿਲ ਸਕਿਆ ਤੇ ਕਦੇ ਨਹੀਂ ਮਿਲੇਗਾ। ਸ਼੍ਰੀ ਅਰਜਨ ਸਭ ਸਾਥ ਬਖਾਨੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਅਗ ਕੋ ਕਰਤ ਰਿਓ ਛਲ ਸਾਨੀ। ਮਹਾਰਾਜ ਜੀ ਕਹਿਣ ਲੱਗੇ, ਹੁਣ ਕਿਉਂ ਵੱਡਾ ਛਲ ਤੇ ਕਪਟ ਕਰਦਾ ਰਿਹਾ, ਹੁਣ ਤਾਂ ਹੀ ਪ੍ਰਿਥੀ ਚੰਦ ਹਰ ਗੋਵਿੰਦ ਕੇ ਮਾਰਨ ਕਾਰਨ। ਏਡਾ ਵੱਡਾ ਛਲ ਵੀ ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਈ ਵਾਰੀ ਮਾਰਨ ਦਾ ਯਤਨ ਕੀਤਾ, ਜ਼ਹਿਰ ਦੇ ਕੇ, ਬਿਖ ਦੇ ਕੇ। ਕਰੇ ਅਨਿਕ ਕੀਏ ਗੁਰੂ ਉਭਾਰਨ। ਉਹ ਤਾਂ ਗੁਰੂ ਸਾਹਿਬ ਨੇ ਉਭਾਰਿਆ, ਗੁਰੂ ਹਰਗੋਬਿੰਦ ਸਾਹਿਬ ਦੀ ਰੱਖਿਆ ਕੀਤੀ ਹੈ। ਅਬ ਤੇ ਹਮਨੇ ਤਿਆਗਨ ਕਰਿਓ। ਅਸੀਂ ਅੱਜ ਤੋਂ ਬਾਅਦ ਹੁਣ ਪ੍ਰਿਥੀ ਚੰਦ ਨੂੰ ਪੱਕਾ ਹੀ ਤਿਆਗ ਦਿੱਤਾ। ਪੰਜਵੇਂ ਪਾਤਸ਼ਾਹ ਕਹਿੰਦੇ ਹੁਣ ਤੱਕ ਤਾਂ ਆਸ ਸੀ ਵੀ ਸ਼ਾਇਦ ਆ ਜਾਏਗਾ, ਪਰ ਅੱਜ ਤੋਂ ਬਾਅਦ ਅਸੀਂ ਉਹਨੂੰ ਪੱਕਾ ਹੀ ਤਿਆਗ ਦਿੱਤਾ। ਮਿਲਿਓ ਨਾ ਮਰਨੇ ਪਰਨੇ ਬਰਿਓ। ਹੁਣ ਕਿਹੜਾ ਮਰਨੇ ਪਰਨੇ ਤੇ ਵੀ ਨਹੀਂ ਆ ਸਕਿਆ, ਮਿਲ ਨਹੀਂ ਹੋ ਸਕਿਆ, ਹੁਣ ਕਿਵੇਂ ਮੇਲ ਹੋ ਸਕਦਾ। ਸੁਨ ਕੋ ਕਰਮ ਕੋ ਸਗਰੇ ਨਿੰਦੈ। ਸਾਰੇ ਪ੍ਰਿਥੀ ਚੰਦ ਨੂੰ ਲਾਹਨਤਾਂ ਪਾਉਂਦੇ ਨੇ।